देश दुनिया च वसदे पंजाबियां नूं जी आया। मैं हरजिंदर सिंह रंधावा, तुसीं देख रहे हो पंजाब टैलीविजन और मेरे नाल ने पंजाब टैलीविजन के संपादक सरदार हमीद सिंह जी। जी आया। शुक्रिया जी। एक पासे 900 महीने 75 साल ते दूजे बन्ने 3 महीने। आखिर ये समातोल किवें बनदा? 3 महीने वाले नूं तुसीं बर्दाश्त नहीं करते क्योंकि वो दलितां चों आउंदा, क्योंकि वो गरीब घरों आउंदा, इस करके तुहानूं हजम नहीं हो रहा कि वो मुख मंत्री क्यों बन गया। ਇਹ ਬੋਲ ਸੀ ਸਵੇਰੇ ਚਰਨਜੀਤ ਸਿੰਘ ਚੰਨੀ ਦੇ। ਇਸੇ ਹੀ ਸਮੇਂ ਜਦੋਂ ਚਰਨਜੀਤ ਸਿੰਘ ਚੰਨੀ ਇੱਕ ਭਾਵੁਕ ਤਕਰੀਰ ਤੋਂ ਬਾਅਦ, ਇੱਕ ਪ੍ਰੈਸ ਕਾਨਫਰੰਸ ਤੋਂ ਬਾਅਦ ਵਿਜੀਲੈਂਸ ਦਫ਼ਤਰ ਚਲੇ ਜਾਂਦੇ ਨੇ, ਸਮਾਨਾਂਤਰ ਤੁਸੀਂ ਦੇਖਦੇ ਹੋ ਤਾਂ ਜਿਹੜੀ ਜਲੰਧਰ ਦੀ ਸਾਰੀ ਪਿੱਚ ਆ, ਜਲੰਧਰ ਦਾ ਪੇੜ ਆ, ਉਹ ਕੁਝ ਹੋਰ ਤਰੀਕੇ ਨਾਲ ਐਕਟ ਕਰਨਾ ਸ਼ੁਰੂ ਕਰ ਦਿੰਦਾ। ਇੱਕ ਕਨਸੋ ਇਹ ਵੀ ਚੱਲਦੀ ਰਹੀ ਕਿ ਆਮ ਆਦਮੀ ਪਾਰਟੀ ਯਾਨੀ ਸੱਤਾਧਾਰੀਆਂ ਦੇ ਘੇਰੇ ਦੇ ਵਿੱਚ ਮੰਥਨ ਹੋਣ ਲੱਗਿਆ ਕਿ ਕਿਤੇ ਪੈਂਤੜਾ ਪੁੱਠਾ ਤਾਂ ਨਹੀਂ ਪੈ ਰਿਹਾ। ਇਹ ਸਵਾਲ ਵੀ ਖੜਾ ਹੋ ਗਿਆ ਕਿ ਦਲਿਤ ਭਾਈਚਾਰੇ ਦੇ ਉੱਤੇ ਉਸ ਰਿਜ਼ਰਵ ਸੀਟ ਦੇ ਉੱਤੇ ਕਿਤੇ ਇਹ ਪੈਂਤੜਾ ਕਿਤੇ ਉਲਟਾ ਅਸਰ ਤਾਂ ਨਹੀਂ ਪਾਊਗਾ। ਇਹ ਸਵਾਲ ਖੜਾ ਹੋਣ ਲੱਗ ਪਿਆ। ਲੇਕਿਨ ਸ਼ਾਮ ਪੈਂਦੇ ਇੱਕ ਹੋਰ ਖਬਰ ਆ ਰਹੀ ਹੈ ਕਿ 16 ਤਰੀਕ ਵਾਲੇ ਦਿਨ ਅਰਵਿੰਦ ਕੇਜਰੀਵਾਲ ਨੂੰ ਸੀਬੀਆਈ ਨੇ ਤਲਬ ਕਰ ਲਿਆ ਐਕਸਾਈਜ਼ ਪਾਲਿਸੀ ਦੇ ਮਾਮਲੇ 'ਚ। ਐਕਸਾਈਜ਼ ਘੁਟਾਲਾ ਜਿਹੜਾ ਕਥਿਤ ਜਿਹਨੂੰ ਘੁਟਾਲਾ ਕਹਿੰਦੇ ਆ, ਉਸ ਸਬੰਧ 'ਚ ਪੁੱਛਗਿੱਛ ਲਈ ਸੱਦ ਲਿਆ। ਹੁਣ ਸੱਤਾ ਵਰਕ ਕਿਵੇਂ ਕਰਦੀ ਹੈ, ਪਾਵਰ ਵਰਕ ਕਿਵੇਂ ਕਰਦੀ ਹੈ, ਇੱਕ ਪਾਵਰ ਦੂਜੀ ਪਾਵਰ ਤੀਜੀ ਪਾਵਰ ਕਿਵੇਂ ਇਹ ਜਿੱਥੇ ਜਿੱਥੇ ਜੋ ਵਾਰਾ ਖਾਂਦਾ ਉਵੇਂ ਕਰਦਾ। ਹੁਣ ਇਹਦੇ 'ਚ ਇਹ ਸਵਾਲ ਸਭ ਤੋਂ ਵੱਡਾ ਹੈ ਕਿ ਚਰਨਜੀਤ ਸਿੰਘ ਚੰਨੀ ਜਿਹੜਾ ਵਿਕਟਮ ਕਾਰਡ ਲਗਭਗ ਸਵੇਰੇ ਪੂਰੀ ਤਰ੍ਹਾਂ ਖੇਡ ਦਿੰਦੇ ਨੇ, ਉਹਨਾਂ ਦੀਆਂ ਅੱਖਾਂ 'ਚ ਅਥਰੂ ਸੀ, ਗਲਾ ਭਰ ਆਇਆ। ਇਹ ਜਿਸ ਦਿਨ ਸਹੁੰ ਚੁੱਕਣ ਤੋਂ ਬਾਅਦ ਪਹਿਲੀ ਪ੍ਰੈਸ ਕਾਨਫਰੰਸ ਕਰਦੇ ਆ, ਉਸ ਦਿਨ ਖੁਸ਼ੀ ਦੇ ਵਿੱਚ ਵੀ ਉਹਨਾਂ ਦਾ ਗਲਾ ਭਰ ਆਇਆ ਸੀ, ਅੱਖਾਂ 'ਚ ਅਥਰੂ ਆ ਗਏ ਸੀ। ਤੇ ਅੱਜ ਉਹ ਕੁਰਸੀ ਜਾਣ ਤੋਂ ਬਾਅਦ ਇੱਕ ਵਾਰੀ ਜਦੋਂ ਉਹ ਕਹਿੰਦੇ ਨੇ ਕਿ ਮੈਨੂੰ ਇੱਕੋ ਦਿਨ 'ਚ ਇਨਕਮ ਟੈਕਸ ਦੇ 3 ਨੋਟਿਸ ਆ ਗਏ, ਮੈਨੂੰ ਦੋਵੇਂ ਸੱਤਾ, ਕਿਸੇ ਨੂੰ ਹਜਮ ਹੀ ਨਹੀਂ ਹੋ ਰਿਹਾ ਕਿ ਕਿਸੇ ਗਰੀਬ ਘਰ ਦਾ। ਸੋ ਇਹ ਜਿਹੜਾ ਕਾਰਡ ਹੈ, ਕੀ ਅਸੀਂ ਚੰਨੀ ਨੂੰ ਗਰੀਬ ਘਰ ਦਾ ਪੁੱਤ ਮੰਨ ਸਕਦੇ ਹਾਂ? ਦੋ ਪਹਿਲੂ ਨੇ। ਇੱਕ, ਜਿਵੇਂ ਉਹ ਕਹਿ ਰਹੇ ਆ ਕਿ ਮੇਰੇ ਨਾਲ ਇਸ ਕਰਕੇ ਕਿ ਮੈਂ ਦਲਿਤ ਪਰਿਵਾਰ 'ਚ ਆਉਣਾ ਜ਼ਿਆਦਤੀ ਹੋ ਰਹੀ ਹੈ। ਦੂਜੇ ਬੰਨੇ ਕੀ ਉਹਨਾਂ ਨੂੰ ਗਰੀਬ ਮੰਨ ਲਿਆ ਜਾਵੇ? ਇਹ ਬਹਿਸ ਚੱਲਦੀ ਰਹੂਗੀ। ਜਲੰਧਰ ਦੇ ਵਿੱਚ ਕਾਫੀ ਭਖਵਾ ਮੈਦਾਨ ਹੈ। ਮਹਿੰਦਰ ਭਗਤ ਜੁਆਇਨ ਕਰ ਜਾਂਦੇ ਆ ਸੱਤਾ ਨੂੰ, ਬੀਜੇਪੀ ਛੱਡ ਆਉਂਦੇ, ਉੱਪਰਲੀ ਸੱਤਾ ਨੂੰ ਛੱਡ ਆਉਂਦੇ ਆ, ਔਰ ਇਸੇ ਤਰ੍ਹਾਂ ਬਾਕੀ ਪਰਿਸਥਿਤੀਆਂ ਵੀ ਨੇ। ਔਰ ਇੱਕ ਦੋ ਖਬਰਾਂ ਜਿਹੜੀਆਂ ਹੋਰ ਬੜੀਆਂ ਅਹਿਮ ਨੇ, ਅਸੀਂ ਉਹਨਾਂ ਨੂੰ ਪਿੱਛੇ ਲੈ ਜਾਂਦੇ। ਸਭ ਤੋਂ ਪਹਿਲਾਂ ਸਰਦਾਰ ਹਮੀਦ ਸਿੰਘ ਜੀ, ਮੈਂ ਲੰਬੀ ਗੱਲ ਕਰਾਂ, ਜੋ ਤੁਸੀਂ ਸੀਨ ਦੇਖ ਰਹੇ ਹੋ ਔਰ ਉਹਦੇ ਪ੍ਰਤੀਬਿੰਬ, ਉਹਦੇ ਅਕਸ ਨੂੰ ਤੁਸੀਂ ਕਿਵੇਂ ਜ਼ੁਬਾਨ ਦਿਓਗੇ, ਕਿਵੇਂ ਐਕਸਪਲੇਨ ਕਰੋਗੇ? ਦੇਖੋ, ਜੇਕਰ ਤਾਂ ਜਨਰਲੀ ਚੀਜ਼ ਦੇਖੀ ਜਾਵੇ, ਜਨਰਲੀ ਅੱਜ ਦੀ ਪੋਲਿਟਿਕਸ ਦਾ ਰੁਝਾਨ, ਉਹਦੇ 'ਚ ਵੱਡੀ ਸੰਖਿਆ ਜਿਹੜੀ ਹੈ ਉਹ ਕਰਪਟ ਹੈ, ਕਰਪਸ਼ਨ ਕਰਦੀ ਹੈ। ਔਰ ਕਰਪਸ਼ਨ ਕਈ ਤਾਂ ਇਸ ਢੰਗ ਨਾਲ ਕਰਦੇ ਨੇ ਕਿ ਪੂਰੀਆਂ 7 ਪੁਸ਼ਤਾਂ ਦੇ ਲਈ, ਕਈ ਇਸ ਲਈ ਵੀ ਕਰਦੇ ਨੇ ਵੀ ਅਗਲੀ ਚੋਣ ਵੀ ਲੜਨੀ ਹੈ, ਕਿਉਂਕਿ ਚੋਣਾਂ ਇੰਨੀਆਂ ਮਹਿੰਗੀਆਂ ਹੋ ਗਈਆਂ ਤੇ ਕੋਈ ਮਰਜ਼ੀ ਕਹੀ ਜਾਵੇ ਸਹੁੰ ਖਾ ਕੇ ਕਿ ਮੈਂ ਚੋਣ ਕਮਿਸ਼ਨ ਦੇ ਦਾਇਰੇ 'ਚ ਹੀ ਖਰਚ ਕੀਤਾ ਹੈ, ਮੈਂ ਇੰਨਾ ਹੀ ਖਰਚ ਕੀਤਾ ਹੈ। ਪਹਿਲੇ ਦਿਨ ਹੀ ਉਹ ਜਿਹੜਾ ਭਰਨਾ ਪੈਂਦਾ ਨਾ ਹਲਫਨਾਮਾ, ਉਹ ਝੂਠ ਦੀ ਬੁਨਿਆਦ ਤੇ ਹੈ ਸਾਡੇ ਚੋਣ ਪ੍ਰਣਾਲੀ 'ਚ। ਇਹ ਹੋ ਗਿਆ ਇੱਕ ਤਾਂ ਗੱਲ। ਦੂਜੀ ਗੱਲ ਇਹ ਹੈ ਕਿ ਜਦੋਂ ਤੁਸੀਂ ਪੋਸਟਾਂ ਤੇ ਚੜ੍ਹਦੇ ਹੋ, ਚਾਹੇ ਕੋਈ ਨਾਰਮਲ ਆਦਮੀ ਹੈ, ਗਰੀਬ ਆਦਮੀ ਹੈ, ਚਾਹੇ ਬਾਕੀ ਦਾ ਆਦਮੀ ਹੈ, ਜਿਹੜਾ ਜਿਵੇਂ ਆਮ ਆਦਮੀ ਪਾਰਟੀ 'ਚ 92 ਚੋਂ ਬਹੁਤ ਬੰਦੇ ਨੇ ਪਹਿਲੀ ਵਾਰ ਆਏ ਨੇ, ਨਾਰਮਲ ਘਰਾਂ ਚੋਂ ਨੇ। ਹੁਣ ਐਮਐਲਏ ਵੰਡ ਤੋਂ ਨਾਰਮਲ ਘਰ 'ਚ ਨਹੀਂ ਰਹਿ ਗਿਆ। ਉਦੋਂ ਬਾਅਦ ਉਹਦਾ ਸਟੈਂਡਰਡ ਤੇ ਉਹਦਾ ਰੁਤਬਾ, ਉਹਦਾ ਪ੍ਰੋਟੋਕੋਲ ਅਲੱਗ ਟਾਈਪ ਦਾ ਹੁੰਦਾ, ਚਲਾ ਗਿਆ ਇੱਕ ਲੈਵਲ ਦਾ। ਫਿਰ ਜਿਹੜਾ ਚੰਨੀ ਉਹਨਾਂ ਦਾ ਜਿਹੜਾ ਮਾਮਲਾ ਹੈ, ਜੇਕਰ ਗਰੀਬੀ ਦੀ ਇਕੱਲੀ ਗੱਲ ਕਰੀਏ, ਇਕੱਲਾ ਗਰੀਬੀ ਦਾ ਕੁਐਸਚਨ ਨਹੀਂ ਹੁੰਦਾ। ਉਹਨਾਂ ਦੇ ਭਾਈ ਵੀ ਚੀਫ ਇੰਜੀਨੀਅਰ ਰਿਟਾਇਰ ਹੋਏ ਨੇ, ਉਹ ਆਪ ਲਗਾਤਾਰ ਪੜ੍ਹੇ ਵੀ ਨੇ, ਤੇ ਫਿਰ ਖਰੜ ਮਿਊਨਿਸਪਲ ਕਮੇਟੀ ਵਰਗੀ ਜਿਹੜੀ ਅਮੀਰ ਕਮੇਟੀ ਕਹੀ ਜਾਂਦੀ ਸੀ, ਤੇ ਉਹਦੇ ਉਹ ਪ੍ਰਧਾਨ ਵੀ ਰਹੇ ਨੇ। ਫਿਰ ਇੱਕ ਵਾਰ ਇੰਡੀਪੈਂਡੈਂਟ ਐਮਐਲਏ ਰਹੇ, ਫਿਰ 3 ਵਾਰ ਕਾਂਗਰਸ ਦੇ ਐਮਐਲਏ ਰਹੇ, ਫਿਰ ਕਾਂਗਰਸ ਦੇ ਚੀਫ ਮਿਨਿਸਟਰ ਬਣ ਗਏ, ਸੈਕਟਰੀ ਲੈ ਕੇ ਪਹਿਲਾਂ ਮਿਨਿਸਟਰ ਰਹੇ। ਹੋਰ ਕਾਹਦਾ ਹੁੰਦਾ ਕੋਈ ਬੰਦਾ ਰੁਤਬਿਆਂ 'ਚ ਅਮੀਰੀਆਂ ਜਾਂ ਕੀ ਹੋ ਗਿਆ ਸਾਰਾ ਕੁਝ, ਮਤਲਬ ਉਹ ਐਂਗਲ ਤਾਂ ਇੱਕ ਅਲੱਗ ਹੈ। ਹਾਂ, ਪਰ ਜਦ ਇਹ ਦੇਖਿਆ ਜਾਏਗਾ ਕਿ ਚੰਨੀ ਵਰਸਸ ਜਨਰਲ ਕੈਟਾਗਰੀ ਦੇ ਜਿਹੜੇ ਜਿਵੇਂ ਮਹਾਰਾਜਾ ਅਮਰਿੰਦਰ ਸਿੰਘ ਜੀ, ਪ੍ਰਕਾਸ਼ ਸਿੰਘ ਬਾਦਲ ਜੀ, ਫਲਾਨੇ, ਜਦੋਂ ਉਹਨਾਂ ਨਾਲ ਕੰਪੈਰੀਜ਼ਨ ਕੀਤਾ ਜਾਏਗਾ ਤਾਂ ਜ਼ਰੂਰ ਇੱਕ ਪਾੜਾ ਨਜ਼ਰ ਆਉਂਦਾ ਕਿ ਪਾੜਾ ਬੜਾ ਵੱਡਾ ਹੈ, ਅਜੇ ਓਡਾ ਪਾੜਾ ਉਹ ਨਹੀਂ ਹੈਗਾ। ਪਰ ਇਸ ਬੁਨਿਆਦ ਦੇ ਉੱਤੇ ਜੇਕਰ ਇਹ ਕਰ ਲਿਆ ਜਾਏ ਕਿ ਕਿਸੇ ਕਾਸਟ ਕਰਕੇ ਜਾਂ ਕਿਸੇ ਰੁਤਬੇ ਮੈਨੂੰ ਥੋੜਾ ਸਮਾਂ ਹੋਇਆ, ਉਹਦੇ ਨਾਲ ਲਾਇਸੈਂਸ ਤਾਂ ਨਹੀਂ ਮਿਲ ਜਾਂਦਾ ਕਿ ਤੁਸੀਂ ਕਰਪਟ ਹੋ ਜਾਓ ਤੇ ਤੁਹਾਨੂੰ ਕੋਈ ਪੁੱਛੇ ਨਾ। ਇਹ ਤਾਂ ਨਹੀਂ ਗੱਲ। ਪਰ ਸੋਚਣ ਵਾਲੀ ਵੱਡਾ ਕੁਐਸਚਨ ਇਹ ਹੈ ਨਾਲ ਦੀ ਨਾਲ ਕਿ ਜੇ ਤੁਸੀਂ ਇਹ ਮਹਿਸੂਸ ਕਰਦੇ ਹੋ ਕਿ ਹਰ ਗਵਰਨਮੈਂਟ ਦੇ ਵਿੱਚ ਕਰਪਸ਼ਨ ਹੋਈ ਹੈ,
ਔਰ ਇਹ ਵੀ ਬਾਰ-ਬਾਰ ਕਹਿੰਦੇ ਰਹੇ ਨੇ ਆਮ ਆਦਮੀ ਪਾਰਟੀ ਵਾਲੇ ਵੀ ਲਗਾਤਾਰ ਕਿ ਕੈਪਟਨ ਅਮਰਿੰਦਰ ਸਿੰਘ ਤਾਂ ਇਹ ਕਹਿੰਦੇ ਰਹੇ ਕਿ ਉਹਨਾਂ ਦੇ 40 ਬੰਦੇ ਰੇਤੇ ਦਾ ਖਾਣਾ ਦਾ ਜੇ ਉਹ ਨੇ ਸੋਨੀਆ ਗਾਂਧੀ ਨੂੰ ਉਹ ਵੀ ਸੌਂਪੀ ਸੀ ਲਿਸਟ ਕਿ ਕੈਪਟਨ ਅਮਰਿੰਦਰ ਸਿੰਘ ਐਜ ਏ ਚੀਫ ਮਿਨਿਸਟਰ ਤੇ ਐਜ ਏ ਸੁਖਬੀਰ ਸਿੰਘ ਬਾਦਲ ਐਜ ਏ ਡਿਪਟੀ ਚੀਫ ਮਿਨਿਸਟਰ ਕਿਤੇ ਸੁਖ ਬਲਾ ਬਣਦਾ ਤੇ ਕਿਤੇ ਕੈਪਟਨ ਅਮਰਿੰਦਰ ਸਿੰਘ ਦਾ ਵੀ ਨਵੇਂ ਚੰਡੀਗੜ੍ਹ 'ਚ ਵੱਡਾ ਮਹਿਲ ਬਣਦਾ ਹੈ, ਕਦੇ ਬਾਕੀ ਦੀਆਂ ਚੀਜ਼ਾਂ ਬਣਦੀਆਂ ਨੇ। ਔਰ ਇੱਕ ਵਾਰ ਰਜਿੰਦਰ ਕੌਰ ਭੱਠਲ ਨੇ ਇਲਜ਼ਾਮ ਲਾਇਆ ਸੀ ਕਿਉਂਕਿ ਭੱਠਲ ਵੀ ਥੋੜੇ ਦਿਨ ਰਹੀ ਸੀ ਲਗਭਗ ਚੰਨੀ ਵਾਂਗ ਹੀ ਆਏ, ਉਹਦੇ ਤੇ 20 ਲੱਖ ਦਾ ਚੱਲਦਾ ਰਿਹਾ ਬੜੀ ਦੇਰ ਸੈਟਅਪ, ਬੜੇ ਬੜੇ ਸੁਪਰੀਮ ਕੋਰਟ ਤੋਂ ਵਕੀਲ ਆਉਂਦੇ ਰਹੇ ਉਸ ਮਾਮਲੇ 'ਚ ਵੀ। ਤੇ ਉਦੋਂ ਉਹਨੇ ਖਿੱਚ ਕੇ ਇੱਕ ਗੱਲ ਕਹੀ ਸੀ ਕਿ ਮੋਤੀ ਮਹਿਲ ਨੂੰ ਰੰਗ ਨਹੀਂ ਸੀ ਹੁੰਦਾ ਕਿੰਨੇ ਸਾਲ, ਬੜਾ ਔਖਾ ਸੀ, ਜਿਹੜੀ ਕਰੰਸੀ ਨਹੀਂ ਸੀ ਮਿਲਦੀ, ਪਰ ਹੁਣ ਆ ਕੇ ਬਹੁਤ ਪੈਸੇ ਕਮਾਏ ਨੇ। ਇਹ ਐਲੀਗੇਸ਼ਨ ਨੇ ਇੱਕ ਦੂਜੇ ਦੇ, ਔਰ ਇਹਨਾਂ ਐਲੀਗੇਸ਼ਨਾਂ ਨੂੰ ਵੱਡੇ ਬੰਦੇ ਤੱਕ ਜਾਂਦੇ ਜਾਂਦੇ ਮੇਰਾ ਖਿਆਲ ਹੈ ਕਾਫੀ ਜ਼ਿਆਦਾ ਔਖ ਲੱਗਦੀ ਹੈ ਵਿਜੀਲੈਂਸ ਨੂੰ ਵੀ ਤੇ ਜਿਹੜੀ ਵਿਰੋਧੀ ਧਿਰ ਦੀ ਸਰਕਾਰ ਹੁੰਦੀ ਹੈ ਉਹਨਾਂ ਨੂੰ ਵੀ। ਇੱਕ ਵਾਰ ਹੱਥ ਪਾਇਆ ਸੀ ਕੈਪਟਨ ਅਮਰਿੰਦਰ ਸਿੰਘ ਨੇ ਬਾਦਲ ਪਰਿਵਾਰ ਨੂੰ, ਉਹ ਠੀਕ ਜਾਂ ਗਲਤ ਉਹ ਅਲੱਗ ਸਵਾਲ ਹੈ, ਪਰ ਉਦੋਂ ਇੱਕ ਵਾਰ 2002 ਦੀ ਸਰਕਾਰ ਵੇਲੇ ਸੀ, ਪਰ ਉਦੋਂ ਬਾਅਦ ਉਹਨਾਂ ਨੂੰ ਪਤਾ ਲੱਗ ਗਿਆ ਕਿ ਬਾਉਂਸ ਬੈਕ ਕਰਦੀ ਹੈ ਚੀਜ਼, ਇਸ ਲਈ ਇਹਨੂੰ ਫਾਇਦਾ ਨਹੀਂ ਹੈ ਇਸ ਰੂਪ ਦੇ ਵਿੱਚ ਕਰਨ ਦਾ, ਕਿਉਂਕਿ ਦੁਬਾਰਾ ਲਗਾਤਾਰ ਰਿਪੀਟ ਹੋ ਗਈ, 2 ਵਾਰ ਹੋ ਰਹੇਗੀ। ਹੁਣ ਚੰਨੀ ਉਹਨਾਂ ਦੀ ਇੱਕ ਗੱਲ ਜ਼ਰੂਰ ਹੈ ਕਿ ਇੱਕ ਭਾਈਚਾਰਾ ਜ਼ਰੂਰ ਇਸ ਗੱਲ ਨੂੰ ਸੋਚਦਾ, ਜਦੋਂ ਪੋਲੀਟੀਕਲ, ਜਦੋਂ ਤੁਸੀਂ ਇੱਕ ਭਾਈਚਾਰਕ ਰੂਪ ਦੇ ਵਿੱਚ ਸੋਚਣਾ ਹੋਵੇ, ਜਦੋਂ ਸਾਡਾ ਸਿਸਟਮ 'ਚ ਅਜੇ ਕਾਸਟ ਮੈਟਰ ਕਰਦੀ ਹੋਵੇ, ਅਜੇ ਧਰਮ ਮੈਟਰ ਕਰਦਾ ਹੋਵੇ, ਅਜੇ ਬਾਕੀ ਦੀਆਂ ਚੀਜ਼ਾਂ ਮੈਟਰ ਕਰਦੀਆਂ ਹੋਣ, ਤਾਂ ਪੋਲੀਟੀਕਲੀ ਇਹ ਗੱਲ ਬਹੁਤ ਇੰਪੋਰਟੈਂਟ ਹੋ ਜਾਂਦੀ ਹੈ ਕਿ ਉਹ ਭਾਈਚਾਰਾ ਇਹ ਜ਼ਰੂਰ ਇੱਕ ਮੈਸੇਜ ਜਾਂਦਾ ਹੈ ਕਿ ਸਾਡੇ ਭਾਈਚਾਰੇ 'ਚੋਂ ਪੰਜਾਬ ਦੇ 75 ਸਾਲਾਂ 'ਚ ਇੱਕ ਬੰਦੇ ਨੂੰ ਮੌਕਾ ਮਿਲਿਆ ਤੇ ਉਹ ਵੀ 3 ਮਹੀਨਿਆਂ ਦੇ ਲਈ, ਤੇ ਉਹਨੂੰ ਤਾਂ ਤੁਸੀਂ ਬੁਲਾ ਰਹੇ ਹੋ ਫੜ ਕੇ ਅੰਦਰ। ਬਾਕੀ ਦੇ ਭਾਈਚਾਰਿਆਂ 'ਚੋਂ ਜਿਹੜਾ ਪੰਜਾਬ ਦਾ ਸਟਰੋਂਗ ਭਾਈਚਾਰਾ ਹੈ, ਜਿਹੜੇ ਇਹਨੂੰ ਤੁਸੀਂ ਵੈਸੇ ਹੱਥ ਨਹੀਂ ਲਾਉਂਦੇ ਛੇਤੀ ਕੀਤਿਆਂ, ਉਹਨਾਂ ਨੇ ਵੀ ਤਾਂ ਪੈਸੇ ਖਾ ਖਾ ਕੇ ਕਿੰਨੀ ਕੁ ਸਾਧਨਾ ਤੋਂ ਜ਼ਿਆਦਾ ਕਿੰਨੀ ਕੁ ਜਾਇਦਾਦ ਬਣਾ ਲਈ ਹੈ। ਕਦੇ ਪੁੱਛਿਆ ਤੁਸੀਂ? ਕਿਉਂ ਨਹੀਂ ਪੁੱਛਿਆ? ਤੇ ਇਹਦੇ ਤੋਂ ਵੀ ਇਲਾਵਾ ਅਗਲੀ ਗੱਲ ਹੁਣ ਇਹ ਹੈ ਕਿ ਇਹ ਟਾਈਮਿੰਗ ਕਿਹੋ ਜੀ ਹੈ। ਬਾਕੀ ਸੁਣਿਆ ਜਾਂਦਾ ਸਰਕਾਰਾਂ 'ਚ ਬਹੁਤ ਸੂਝਵਾਨ ਲੋਕ ਹੁੰਦੇ ਨੇ, ਔਰ ਆਮ ਆਦਮੀ ਪਾਰਟੀ ਬਾਰੇ ਇਹ ਹੈ ਕਿ ਉਹ ਸਾਡਾ ਜਾਇਜ਼ਾ ਬਹੁਤ ਇੰਪੋਰਟੈਂਟ ਹੁੰਦਾ, ਅਸੀਂ ਉਨੀਆਂ ਹੀ ਜਿੱਤਦੇ ਹਾਂ ਸੀਟਾਂ ਜਿੰਨੀਆਂ ਕਹਿੰਦੇ ਆ, ਪਰ ਇਹ ਲੱਗਦਾ ਹੈ ਕਿ ਇਹ ਚਾਲ ਪੁੱਠੀ ਪੈਂਦੀ, ਕਿਉਂਕਿ ਜਿਹੜਾ ਮੌਕਾ ਹੈ ਹੁਣ ਜਲੰਧਰ ਦੀ ਬਾਈ ਇਲੈਕਸ਼ਨ ਦਾ ਮੌਕਾ ਜਿਮਨੀ ਚੋਣ ਦਾ, ਤਾਂ ਉਹ ਇਸ ਨਾਲ ਜੇ ਮੇਲ ਕੇ ਦੇਖੋ, ਜਦੋਂ ਚੰਨੀ ਨੂੰ ਕਾਂਗਰਸ ਨੇ ਪੱਤਾ ਖੇਡਿਆ ਸੀਗਾ ਕਿ ਦਲਿਤ ਕਾਸਟ ਦੇ ਤੌਰ ਤੇ ਚੀਫ ਮਿਨਿਸਟਰ ਬਣਾਉਣ ਦਾ, ਤਾਂ ਉਹਦਾ ਰੰਗ ਦੁਆਬੇ 'ਚ ਦਿਖਾਈ ਦਿੱਤਾ ਸੀਗਾ, ਮਾਲਵੇ 'ਚ ਬਿਲਕੁਲ ਨਹੀਂ। ਐਡੀ ਇੱਕ ਸਵੀਪਿੰਗ ਮਤਲਬ ਜਿੱਤ ਸੀਗੀ, ਪੂਰਾ ਜਿਵੇਂ ਕਹਿੰਦੇ ਝਾੜੂ ਫੇਰ ਜਿੱਤ ਸੀ ਜਿਹੜੀ ਪਹਿਲਾਂ ਆਮ ਆਦਮੀ ਪਾਰਟੀ ਨੂੰ ਮਿਲੇ 92 ਜਿੱਤਣਾ। ਜਲੰਧਰ ਦੀ ਲੋਕ ਸਭਾ ਚੋਣ ਤੇ 5 ਫਿਰ ਵੀ ਕਾਂਗਰਸ ਦੇ ਜਿੱਤਦੇ ਨੇ। ਇੱਕ ਮੈਸੇਜ ਹੈ ਹੁਣ ਵੀ ਜਿਹੜੇ ਜਲੰਧਰ ਦੀ ਪੋਲਿਟਿਕਸ ਨੂੰ ਜਾਣਦੇ ਲੋਕ ਨੇ, ਉਹ ਕਹਿੰਦੇ ਨੇ ਕਿ ਚੰਨੀ ਦਾ ਇਹ ਰੋਣਾ, ਥੋੜਾ ਜਿਹਾ ਭਾਵਕ ਹੋਣਾ ਤੇ ਇਸ ਸਮੇਂ ਵਿਜੀਲੈਂਸ ਕੋਰਟ ਜਾਣਾ, ਤੇ ਇਹਦਾ ਅਸਰ ਬਿਲਕੁਲ ਬੜੇ ਪੱਧਰ ਤੇ ਪੈਣ ਤੋਂ ਮਤਲਬ ਕੋਈ ਇਨਕਾਰ ਨਹੀਂ ਕਰਦਾ ਕਿ ਇਹਦਾ ਅਸਰ ਨਹੀਂ ਪਊਗਾ ਇਸ ਐਂਗਲ ਦੇ ਉੱਤੋਂ, ਇੱਕ ਪੂਰੀ ਪਾਰਟਿਕੂਲਰ ਸੀਟ ਦੇ ਉਸ ਮਾਮਲੇ ਦੇ ਉੱਤੇ। ਇਹਦੇ 'ਚ ਇੱਕ ਚੀਜ਼ ਨੋਟ ਕਰਨ ਵਾਲੀ ਆ, ਕਾਂਗਰਸ ਨੂੰ ਇਸ ਗੱਲ ਦਾ ਪਤਾ ਸੀ ਕਿ ਉਹ ਕੀ ਕਰ ਰਿਹਾ। ਉਹਨਾਂ ਨੇ ਆਪਣੀ ਉਮੀਦਵਾਰ ਨੂੰ ਵੀ ਸਵੇਰੇ ਪ੍ਰੈਸ ਕਾਨਫਰੰਸ ਵਿੱਚ ਲਿਆਂਦਾ, ਸਮੁੱਚੀ ਲੀਡਰਸ਼ਿਪ ਤੇ ਆਈ ਉਹ ਆਪਣੇ ਉਮੀਦਵਾਰ ਨੂੰ ਵੀ ਲਾਗੇ ਬਿਠਾ ਕੇ ਲੈ ਕੇ ਆਏ। ਚੰਨੀ ਇਹ ਕਹਿ ਕੇ ਕਿ ਜੇ ਮੈਂ ਵਾਪਸ ਨਾ ਮੁੜਿਆ ਜਲੰਧਰ ਦੀ ਇਲੈਕਸ਼ਨ ਲਈ, ਜੇ ਮੈਨੂੰ ਇਹਨਾਂ ਅੰਦਰ ਦੇਤਾ ਜਾਂ ਜੇ ਮੈਨੂੰ ਕੁਝ ਹੋ ਜਾਂਦਾ, ਜੇਕਰ ਇਹ ਮੈਨੂੰ ਲੰਬਾ ਧੱਕਣਾ ਚਾਹੁੰਦੇ ਆ ਤਾਂ ਇਹ ਸਾਡੀ ਭੈਣ ਆ, ਇਹ ਸਾਡੀ ਉਮੀਦਵਾਰ ਆ। ਉਹ ਕਹਿੰਦੇ ਹੱਥ ਜੋੜ ਕੇ ਕਿ ਮੈਂ ਆਪਣੇ ਭਾਈਚਾਰੇ ਨੂੰ ਕਹਿਣਾ ਹੈ ਕਿ ਵੋਟ ਇੱਥੇ ਪਾਇਓ ਤੇ ਇਹ ਫੈਸਲਾ ਕਰੂਗਾ ਜਲੰਧਰ ਇਸ ਗੱਲ ਦਾ। ਸੋ ਇਹ ਇੱਕ ਕਾਂਗਰਸ ਨੂੰ ਪਤਾ ਹੈ ਕਿ ਉਹ ਕੀ ਕਰ ਰਹੇ ਆ, ਔਰ ਬੜੀ ਗੁੱਝੀ ਰਾਜਨੀਤੀ ਵੀ ਕੀਤੀ ਉਹਨਾਂ ਨੇ ਸਵੇਰੇ, ਜਿਹਦਾ ਅਸਰ ਦੇਖਣ ਚ ਅੱਜ ਦਿਨ ਭਰ ਮਿਲਿਆ। ਕਿੰਨੇ ਦਿਨ ਰਹਿੰਦਾ ਪਤਾ ਨਹੀਂ, ਇਹਨੂੰ ਗੱਲ ਨੂੰ ਤੁਸੀਂ ਅੱਗੇ ਤੋਰ ਦਿਓ। ਉਹਨੇ ਦੋਨੇ ਗੱਲਾਂ ਕੀਤੀਆਂ ਨੇ, ਭਾਈਚਾਰੇ ਨੂੰ ਕਿਹਾ ਤੇ ਨਾਲ ਸਿੱਖਾਂ ਨੂੰ ਕਿਹਾ। ਅਕਾਲੀਆਂ ਤੇ ਤਾਂ ਇਹੀ ਹੈ ਵੀ ਉਹਨਾਂ ਤੱਕ ਸਿੱਖ ਕੈਂਡੀਡੇਟ ਹੀ ਨਹੀਂ ਮਿਲਿਆ, ਬਾਕੀ ਬੰਦੇ ਐਂਟੀ ਸਿੱਖ ਨੇ, ਦੋਨਾਂ ਦਾ ਕੰਬੀਨੇਸ਼ਨ ਕੀਤਾ ਹੈ। ਉਹ ਕਹਿੰਦਾ ਸੀ ਮੈਂ ਐਜ ਏ ਦਲਿਤ ਸਿੱਖ ਵੀ ਆ, ਜਥੇਦਾਰ ਸਾਹਿਬ ਦੇ ਮੈਂ ਗੋਡੀ ਹੱਥ ਵੀ ਲਾਉਣਾ, ਮੈਂ ਬਾਕੀ ਚੀਜ਼ਾਂ ਨੇ ਇਹ ਦੇਖੋ ਕੀ ਕਰਨੇ। ਜੇ ਪ੍ਰਤਾਪ ਬਾਜਵੇ ਦੀ ਵੀ ਤੁਸੀਂ ਪ੍ਰੈਸ ਕਾਨਫਰੰਸ ਸੁਣਿਆ, ਉਹਨਾਂ ਨੇ ਬਾਰ-ਬਾਰ ਭਗਵੰਤ ਮਾਨ ਤੇ ਕੀਤਾ, ਉਹ ਤਾਂ ਨਾਸਤਿਕ ਹੈ ਜੀ, ਉਹ ਦੇਖੋ ਜੀ ਉਹਦੇ ਸਿਰ ਅੰਦਰ ਬਾਲ ਨਹੀਂ ਹੈ, ਉਹਦਾ ਫਲਾਨਾ ਨਹੀਂ, ਜੇ ਉਹ ਵੀ ਕੀਤਾ। ਹਾਲਾਂਕਿ ਇਹ ਗੱਲਾਂ ਮੈਨੂੰ ਲੱਗਦਾ ਬਹੁਤ ਬੜੀਆਂ ਗੱਲਾਂ ਉਵੇਂ ਨਹੀਂ ਹੁੰਦੀਆਂ ਜੇਕਰ ਤੁਸੀਂ ਇਸ ਆਧਾਰ ਦੇ ਉੱਤੇ ਵੋਟਾਂ ਲੈਣੀਆਂ ਨੇ ਜਾਂ ਇਹ ਕਰਨੀਆਂ ਨੇ, ਪਰ ਸਟ੍ਰੈਟਜੀ ਦਾ ਹਿੱਸਾ ਜੇਕਰ ਤੁਸੀਂ ਦੇਖੋ, ਰਣਨੀਤੀ ਦਾ ਜੇਕਰ ਗੱਲ ਦੇਖੋ, ਤਾਂ ਇਹ ਬਕਾਇਦਾ ਸੋਚੀ ਸਮਝੀ ਰਣਨੀਤੀ ਤਹਿਤ ਹੋਈ ਪ੍ਰੈਸ ਕਾਨਫਰੰਸ ਹੈ। ਔਰ ਉਧਰ ਉਹਨਾਂ ਨੂੰ ਪਤਾ ਮੈਂ ਹਿੱਟ ਕਿੱਥੇ ਕਰ ਰਿਹਾ, ਮੈਂ ਕਿਹਨੂੰ ਮੈਸੇਜ ਦੇ ਰਿਹਾ, ਮਤਲਬ ਜਾ ਕੇ ਕਿ ਉਸ ਪੱਧਰ ਦੇ ਉੱਤੇ ਗੱਲ ਹੋਗੀ। ਤੇ ਦੂਜੀ ਗੱਲ, ਆਮ ਆਦਮੀ ਪਾਰਟੀ ਜਿਹੜੀ ਇਲੈਕਸ਼ਨ ਲੜਨ ਜਾ ਰਹੀ ਹੈ,
ਉਹ ਬਿਲਕੁਲ ਟ੍ਰੈਡੀਸ਼ਨਲ ਤਰੀਕੇ ਦੀ ਇਲੈਕਸ਼ਨ ਲੜਨ ਜਾ ਰਹੀ ਹੈ। ਟ੍ਰੈਡੀਸ਼ਨਲ ਤਰੀਕੇ ਦੀ ਕੀ ਹੈ ਕਿ ਜਿਵੇਂ ਹੁਣ ਪੱਛਮੀ ਸੀਟ ਹੈ ਜਲੰਧਰ ਦੀ, ਜਿਹੜੀ ਅਸੈਂਬਲੀ ਸੀਟ ਜਲੰਧਰ ਪੱਛਮੀ, ਤੇ ਉੱਥੋਂ ਪਹਿਲਾਂ ਹੀ ਜਿਹੜਾ ਮਤਲਬ ਕਾਂਗਰਸ ਦਾ ਬੰਦਾ ਸੀ ਉਹ ਤੁਸੀਂ ਕੈਂਡੀਡੇਟ ਬਣਾ ਲਿਆ ਉੱਥੋਂ ਹੀ ਲੈ ਕੇ। ਤੁਹਾਡਾ ਬੰਦਾ ਜਿਹੜਾ ਜਿੱਤਿਆ ਸੀਗਾ ਉੱਥੋਂ, ਉਹ ਵੀ ਪਹਿਲਾਂ ਤੁਸੀਂ ਉਧਰੋਂ ਆਇਆ ਸੀ, ਪਰ ਤੁਹਾਡਾ ਬੰਦਾ ਉਹ ਵੀ ਜਿਹੜਾ ਫਸਟ ਆਇਆ ਸੀ, ਇਹ ਹੁਣ ਥਰਡ ਆਇਆ ਸੀ ਜਿਹੜਾ ਮਹਿੰਦਰ ਭਗਤ ਹੈ। ਪਹਿਲੇ ਤਿੰਨੇ ਬੰਦੇ ਤੁਸੀਂ ਕਿਹਾ ਵੀ ਆਪਾਂ ਆਪਣੇ ਚ ਰਲਾ ਲਏ, ਜਿਵੇਂ ਪਹਿਲਾਂ ਅਕਾਲੀ ਦਲ ਕਰਦਾ ਹੁੰਦਾ ਸੀ ਐਮਸੀ ਦੀਆਂ ਚੋਣਾਂ 'ਚ ਆਪਾਂ ਸਾਰੇ ਆਪਣੇ ਨਾਲ ਰਲਾ ਲਿਆ, ਮੇਨ ਲੀਡਰਸ਼ਿਪ, ਚਲੋ ਜੀ ਹੁਣ ਇਹਦੇ ਨਾਲ ਆਪਾਂ ਸ਼ਾਇਦ ਬਹੁਤ ਉਹ ਫਾਇਦਾ ਹੋ ਜਾਊਗਾ। ਔਰ ਅੱਗੇ ਨੂੰ ਵੀ ਤੁਹਾਡੀ ਮਤਲਬ ਹੁਣ ਤੁਸੀਂ ਇਸ ਤੇ ਚੱਲ ਰਹੇ ਹੋ ਕਿ ਸਰਕਾਰੀ ਸੱਤਾ ਤੁਹਾਡੇ ਕੋਲ 3 ਸਾਲ ਦੇਣ ਨੂੰ ਕਾਫੀ ਕੁਝ ਹੈ, ਇਹਦੇ ਵਿੱਚ ਆਪਣੇ ਬੰਦੇ ਲੱਭ ਰਹੇ। ਇਹਦੇ ਵਿੱਚ ਕੇਜਰੀਵਾਲ ਦਾ ਉਹ ਬਿਆਨ ਬੜਾ ਅੱਜ ਦੇ ਦਿਨ 'ਚ ਰੈਲੇਵੈਂਟ ਆ, ਜਿਹਦੇ 'ਚ ਕਹਿੰਦੇ ਸੀ ਕਿ 25 ਐਮਐਲਏ ਆਣਾ ਚਾਹਤੇ ਹੈ लेकिन हम कचरा नहीं लेते। कांग्रेस के 25 एमएलए होना चाहते हैं लेकिन हम कचरा नहीं लेते। हुण मैनूं समझ नहीं आई कि ये हुण अज इहनूं किस तरीके नाल फड़िया जाए गल नूं। नहीं वो तो ਜਿਹੜੇ ਵਾਅਦੇ ਜਿਹੜਾ ਇਹੋ ਜਿਹਾ ਚੀਜ਼ਾਂ ਸੀ ਨਾ, ਕੱਟੜ ਇਮਾਨਦਾਰ ਜਾਂ ਬਾਕੀ ਚੀਜ਼ਾਂ, ਉਹ ਜੁਮਲੇਬਾਜ਼ੀ ਸਾਬਤ ਹੋ ਰਹੀ ਆ, ਓਵਰਆਲ ਹੀ ਦਿਖਾਈ ਦੇ ਰਹੀ ਆ। ਉਹ ਕੋਈ ਬਹੁਤ ਬੜੀ ਗੱਲ ਨਹੀਂ। ਉਹਦਾ ਕਾਰਨ ਇਹ ਹੈ ਕਿ ਤੁਸੀਂ ਜਿੰਨਾ ਚਿਰ ਇੱਕ ਸਿਸਟਮ ਹੋ, ਜਿਹੜੇ ਸਿਸਟਮ 'ਚ ਰਹਿ ਰਹੇ ਹੋ, ਜੇ ਉਹਦੇ 'ਚ ਇਨਬਿਲਟ ਕਰਪਸ਼ਨ ਹੈ, ਤੁਹਾਡੇ ਤੋਂ ਮਜਬੂਰੀ ਉਸ ਐਂਗਲ ਦੀ ਹੈ। ਹੁਣ ਤੁਸੀਂ ਮੈਨੂੰ ਦੱਸੋ ਕਿ ਜੇ ਇਹ ਪੈਸਾ ਕਿੱਥੋਂ ਆਊਗਾ ਇਹ ਬਾਈ ਇਲੈਕਸ਼ਨ ਲੜਨ ਦੇ ਲਈ? ਤੁਹਾਡੀ ਪਾਰਟੀ ਕੋਲ ਕਿੰਨਾ ਤੁਹਾਨੂੰ ਇਲੈਕਟੋਰਲ ਬੌਂਡ 'ਚੋਂ ਮਿਲਿਆ, ਕਿੰਨਾ ਚੰਦਾ ਕਿੱਥੋਂ ਲੈ ਰਹੇ ਹੋ, ਕੋਈ ਦੱਸ ਰਿਹਾ? ਕੋਈ ਟਰਾਂਸਪੇਰੈਂਸੀ ਹੈ ਕਿਸੇ ਪਾਰਟੀ ਦੀ? ਕੋਈ ਵੀ ਜਿਹੜੀ ਇਹ ਦੱਸ ਰਹੀ ਹੋਵੇ ਕਿ ਸਾਡੇ ਕੋਲ ਇੰਨਾ ਚੰਦਾ ਇਕੱਠਾ ਹੋਇਆ, ਇੰਨਾ ਅਸੀਂ ਖਰਚ ਕਰ ਰਹੇ ਹਾਂ, ਇਹਦੇ ਤੇ ਖਰਚ ਕਰ ਰਹੇ ਹਾਂ, ਬਾਕੀ ਦੇਖਾਂਗੇ। ਔਰ ਇਹ ਬਹੁਤ ਬੜਾ ਇਸ਼ੂ ਹੈ ਇਲੈਕਸ਼ਨ ਕਮਿਸ਼ਨ ਦਾ। ਇਹਦੇ ਤੇ 1970 ਚ, 1977 ਚ, 1982 ਚ, 1990 ਚ, 1992 ਚ ਤੇ ਲਗਾਤਾਰ 2014 ਦੀ ਭਾਰਤ ਦੇ ਵਿੱਚ ਇੱਕ ਜੇਪੀਸੀ ਦੀ ਰਿਪੋਰਟ ਹੈ। ਲਗਾਤਾਰ ਰਿਪੋਰਟਾਂ ਨੇ ਇਹ ਪਾਰਲੀਮੈਂਟ ਦੇ ਵਿੱਚ ਵੀ ਤੇ ਇਲੈਕਸ਼ਨ ਕਮਿਸ਼ਨ ਦੀਆਂ ਕਿ ਜਿਹੜਾ ਇਹ ਪੈਸਾ ਜਿਹੜਾ ਕਿੱਥੋਂ ਆਉਂਦਾ, ਕਿਵੇਂ ਆਉਂਦਾ, ਕਿਵੇਂ ਇਹਦੇ ਨਾਲ ਲਗਾਤਾਰ ਗੱਲਾਂ। ਉਸ ਜਿਹੜਾ ਲਾਅ ਕਮਿਸ਼ਨ ਹੈ ਉਹਨੂੰ ਕਿਹਾ ਸੁਪਰੀਮ ਕੋਰਟ ਨੇ ਵੀ ਤੁਸੀਂ ਇਹਦੇ ਤੇ ਸਟੱਡੀ ਕਰੋ ਉਸ ਮਾਮਲੇ ਦੇ ਉੱਤੇ। ਹੁਣ ਇਹਦੇ ਚ ਮਾਮਲਾ ਆਉਂਦਾ ਜੀ ਅਸੀਂ 40 ਲੱਖ ਤੋਂ ਦੇ ਅੰਦਰ ਇੱਕ ਉਮੀਦਵਾਰ ਇਲੈਕਸ਼ਨ ਲੜਾ ਦੂਗਾ। ਕੋਈ ਵੀ ਸਧਾਰਨ ਬੰਦੇ ਨੂੰ ਪਤਾ 40 ਲੱਖ ਤੱਕ, ਇੱਥੇ 4-4 ਲੱਖ ਤਾਂ ਮਤਲਬ 10-10, 20-20 ਲੱਖ ਸਰਪੰਚੀ ਦੀ ਚੋਣ ਤੇ ਲੱਗਦਾ ਪੰਜਾਬ ਦੇ ਵਿੱਚ, ਜਿਹੜੇ ਜਿੱਥੇ ਕਿਤੇ ਸਾਮਲਾਟਾ ਠੀਕ ਠਾਕ ਨੇ ਤੇ ਜਨਰਲ ਜਿਹੜੀਆਂ ਸੀਟਾਂ ਨੇ। ਫਿਰ ਤੁਸੀਂ ਕਹਿੰਦਾ ਜੀ ਪਾਰਲੀਮੈਂਟ 70 ਲੱਖ ਚ ਲੜੀ ਜਾ ਸਕਦੀ ਹੈ, ਅਸੈਂਬਲੀ 40 ਲੱਖ ਚ 9 ਅਸੈਂਬਲੀਆਂ ਨੇ ਉਹਦੇ ਚ। ਜੇ ਉਹਨੂੰ ਗੁਣਾ ਕਰੋਗੇ ਤਾਂ 8 ਕਰੋੜ ਚ ਜਾਂਦੀ ਹੈ ਉਹਦੇ ਲਈ 70 ਲੱਖ ਕਿਵੇਂ ਹੈ? ਫਿਰ ਕਿਹੜਾ ਲੌਜਿਕ ਹੈ ਉਹ? ਮਤਲਬ ਕਿਹੜੀ ਦਲੀਲ ਹੈ ਜਿਹਦੇ ਤਹਿਤ ਤੁਸੀਂ ਇਹ ਚੀਜ਼ਾਂ ਰੱਖ ਰਹੇ ਹੋ? ਫਿਰ ਪਾਰਟੀ ਨੂੰ ਤੁਸੀਂ ਕਰਤਾ ਵੀ ਜਿੰਨਾ ਮਰਜ਼ੀ ਜਿੱਥੋਂ ਮਰਜ਼ੀ ਖਰਚੋਗੇ, ਜੋ ਮਰਜ਼ੀ ਕਰੋਗੇ। ਕੋਈ ਇੱਕ ਵੀ ਪਾਰਟੀ, ਕੋਈ ਇੱਕ ਵੀ ਬੰਦਾ ਇਹ ਕਵੇ ਕਿ ਕੀ ਕਿਸੇ ਮੈਂਬਰ ਪਾਰਲੀਮੈਂਟ ਬਣਨ ਲਈ ਅੱਜ ਤੱਕ ਕਿਸੇ ਨੇ 70 ਲੱਖ ਦੀ ਲਿਮਟ ਦੇ ਅੰਦਰ ਰਹਿ ਕੇ ਖਰਚਾ ਕੀਤਾ? ਕੋਈ ਇੱਕ ਵਿਅਕਤੀ ਦੱਸ ਦੇ, ਇੱਕ ਪਾਰਲੀਮਾਨੀ ਇਲੈਕਸ਼ਨ ਜਿਹੜੀ ਬਾਈ ਇਲੈਕਸ਼ਨ ਹੈ ਉਹਦੇ ਇੱਕ ਪਿੰਡ ਦੇ ਵਿੱਚ ਹੀ ਪਤਾ ਨਹੀਂ ਕਿੰਨਾ ਖਰਚਾ ਹੋ ਜਾਂਦਾ। ਸਾਰੀਆਂ ਪਾਰਟੀਆਂ ਦੇ ਐਮਐਲਏ ਤੱਕ ਬੈਠੇ ਹੁੰਦੇ ਆ ਤੇ ਤੁਸੀਂ ਸੋਚ ਕੇ ਦੇਖੋ ਵੀ ਉਹਨਾਂ ਦਿਨਾਂ ਦੇ ਵਿੱਚ ਕਿਸ ਹੱਦ ਤੱਕ ਇਹ ਪੈਸੇ ਦਾ ਚੱਲਣ, ਸ਼ਰਾਬ ਦਾ ਚੱਲਣ, ਲੋਕਾਂ ਦੇ ਕੰਮਾਂ ਕਾਜਾਂ ਦਾ ਚੱਲਣ। ਲੋਕ ਕਈ ਵਾਰੀ ਤਾਂ ਕਿਸੇ ਡੇਰੇ ਨੂੰ ਸੜਕ ਬਣਨੀ ਹੋਵੇ ਕਹਿੰਦੇ ਪੈਸੇ ਉਦਾਂ ਹੀ ਪਹਿਲਾਂ ਦੇ ਦਿੰਨੇ ਆ, ਬਾਅਦ ਚ ਦੇਖੀ ਜਾਊਗੀ। ਈਵਨ ਕਿਸੇ ਦੇ ਨਿੱਜੀ ਕੰਮ ਕਰਨ ਤੱਕ ਜਾਂਦੇ ਆ। ਇੱਕ ਇਲੈਕਸ਼ਨ ਜੇ ਗਲਤ ਨਹੀਂ, ਇਹ ਚੋਣ ਕਮਿਸ਼ਨ ਜੇਕਰ ਇਹਨੂੰ ਤਰੀਕੇ ਨਾਲ ਚੱਲੇ ਤੇ ਵੱਡੀ ਗੱਲ ਨਹੀਂ ਕਿ ਜੇ 100 ਕਰੋੜ ਤੱਕ ਵੀ ਚਲੇ ਜੇ ਓਵਰਆਲ ਖਰਚਾ ਜੀ। ਇਹਦੇ ਚ ਇੱਕ ਪੰਗਾ ਪਿਆ ਸੀ ਇਹ ਤੋਂ ਪਹਿਲਾਂ, ਮਹਾਰਾਸ਼ਟਰ ਦੇ ਚੀਫ ਮਿਨਿਸਟਰ ਵੀ ਸੀ, 2014 ਦੀ ਮੋਦੀ ਸਰਕਾਰ ਚ ਮੰਤਰੀ ਵੀ ਬਣੇ ਸੀ, ਗੋਪੀਨਾਥ ਮੁੰਡੇ, ਵੱਡਾ ਲੀਡਰ ਸੀ ਮਹਾਰਾਸ਼ਟਰ ਚੋਂ। ਉਹਨੇ ਇੱਕ ਸੈਮੀਨਾਰ ਚ ਕਹਿਤਾ ਸੀਗਾ ਕਿ ਲਗਭਗ 7 ਕਰੋੜ ਤੱਕ ਖਰਚ ਹੋਇਆ ਐਵਰੇਜ ਹੁੰਦਾ ਹੈ ਪਾਰਲੀਮੈਂਟ ਦੇ ਵਿੱਚ। ਆਪਾਂ ਇਹ ਔਰ ਉਹਨੂੰ ਸੰਮਣ ਕਰ ਲਿਆ ਜੀ, ਉਹ ਵਿਚਾਰਾ ਪੇਸ਼ੀਆਂ ਭੁਗਤਦਾ ਰਿਹਾ। ਇੱਕ ਬੰਦੇ ਨੇ ਠੀਕ ਉਹ ਵੀ ਸੈਮੀਨਾਰ ਚ ਬੋਲਤਾ, ਕਿਤੇ ਐ ਨਹੀਂ ਦਿੱਤਾ, ਉਹ ਸੂਮੋਟੋ ਲੈ ਲਿਆ ਤੇ ਕਮਿਸ਼ਨ ਨੇ ਵੀ। ਤੁਸੀਂ ਦੱਸੋ ਵੀ ਤੁਹਾਨੂੰ ਸਭ ਨੂੰ ਜਦੋਂ ਪਤਾ ਹੈ ਤੇ ਓਪਨ ਸੀਕ੍ਰੇਟ ਹੈ ਜਿਹਨੂੰ ਆਪਾਂ ਗੱਲ ਕਹਿੰਦੇ ਹੁੰਦੇ ਆ, ਤੇ ਉਦੋਂ ਫਿਰ ਅੱਖਾਂ ਮੀਚ ਕੇ ਜੇਕਰ ਐ ਕੰਮ ਚੱਲਦਾ ਹੋਵੇ, ਜਾਂ ਤਾਂ ਲਾਅ ਚ ਖੁੱਲੀ ਖੇਡ ਕਰ ਦੋ ਵੀ ਜਿੰਨਾ ਮਰਜ਼ੀ ਕਰੋ ਜੀ, ਕੋਈ ਕਾਨੂੰਨ ਨਹੀਂ, ਕੋਈ ਲਿਮਟ ਨਹੀਂ, ਆਪਣੀ ਫ੍ਰੀ ਡੈਮੋਕ੍ਰੇਸੀ ਆ, ਉਹਨੂੰ ਤਾਂ ਇਹ ਕਰ ਲਓ ਨਾ ਕਿਵੇਂ ਨਾ ਕਿਵੇਂ। ਜਾਂ ਫਿਰ ਉਹਦੇ ਚ ਸਟੇਟ ਫੰਡਿੰਗ, ਉਹਦੇ ਚ ਬਹੁਤ ਚੀਜ਼ਾਂ ਹੋਰ ਆਉਂਦੀਆਂ ਨੇ ਜਿਹੜੇ ਇਲੈਕਟੋਰਲ ਰਿਫਾਰਮ ਦੇ ਤਰੀਕੇ ਦੱਸੇ ਜਾਂਦੇ ਨੇ, ਜਾਂ ਉਧਰ ਨੂੰ ਗੱਲ ਤੁਰੇ ਕਿ ਪਾਰਲੀਮੈਂਟ ਉਧਰ ਨੂੰ ਤੁਰੇ। ਪਰ ਇਹਦਾ ਮਤਲਬ ਇਹ ਹੈ ਵੀ ਕੋਈ ਦੂਜਾ ਕਹੇ ਮੈਂ ਬਹੁਤ ਇਮਾਨਦਾਰ ਆ, ਤੀਜੇ ਤੋਂ ਨਾ, ਇਹ ਉਹੀ ਗੱਲਾਂ ਨੇ। ਜਿਹੜਾ ਫੜਿਆ ਗਿਆ ਉਹ ਚੋਰ, ਜਿਹੜਾ ਨਹੀਂ ਫੜਿਆ ਗਿਆ ਉਹ ਸਾਧ। ਸਾਡੇ ਸਿਸਟਮ ਚ ਮੇਰਾ ਖਿਆਲ ਹੈ
ਇਹ ਕੰਮ ਲੱਗਦਾ ਹੈ ਜਿਹੜਾ ਪੋਲੀਟੀਕਲੀ ਸੈਟਅਪ ਦੇ ਵਿੱਚ ਜਿਹੋ ਜਿਹਾ ਅਸੀਂ ਸਿਸਟਮ ਬਣਾ ਰਹੇ ਹਾਂ ਉਸ ਪੱਧਰ ਦੇ ਉੱਤੇ। ਔਰ ਹੁਣ ਇਹ ਹੈ ਵੀ ਉਹ ਡਿਸਾਈਡ ਕਿਹਨੇ ਕਰਨਾ ਵੀ ਆਪਾਂ ਚੋਰ ਕਿਹਨੂੰ ਬਣਾਉਣਾ, ਉਹ ਡਿਸਾਈਡ ਦੀ ਸੱਤਾ 'ਚ ਬੈਠਾ ਜਿਹੜਾ ਟੌਪ ਤੇ ਆਦਮੀ ਹੈ ਉਹਨੇ ਕਰਨਾ ਹੁੰਦਾ ਵੀ ਕਿਹਦੇ ਰੇਡ ਕਰਵਾਉਣੀ ਹੈ ਕਿਹਦੇ ਰੇਡ ਨਹੀਂ। ਹੁਣ ਸਾਡੀਆਂ ਸੰਸਥਾਵਾਂ ਕੋਈ ਇੰਡੀਪੈਂਡੈਂਟ ਚੱਲਦੀਆਂ ਨੇ, ਚਾਹੇ ਨੈਸ਼ਨਲ ਲੈਵਲ ਤੇ ਹੋਣ ਚਾਹੇ ਇੱਥੇ ਲੈਵਲ ਤੇ ਹੋਣ, ਕਿ ਮੈਂ ਇਹ ਦੇਖ ਲਿਆ ਜੀ ਸਾਰਾ ਕੁਝ ਖੰਗਾਲ ਲਿਆ, ਇਸ ਤਰੀਕੇ ਨਾਲ ਕੰਮ ਚੱਲਾਂਗੇ। ਮਤਲਬ ਸੱਤਾ ਨੂੰ ਗ੍ਰੈਬ ਕਰਨ ਦੇ ਪਿੱਛੇ ਇਹੀ ਤਾਂ ਇੱਕ ਮਨਸ਼ਾ ਹੈ ਕਿ ਸਾਡੇ ਕੋਲ ਜਦੋਂ ਪਾਵਰ ਆਊਗੀ ਫਿਰ ਅਸੀਂ ਇਹ ਸੰਸਥਾਵਾਂ ਨੂੰ ਆਪਣੇ ਤਰੀਕੇ ਨਾਲ ਚਲਾਵਾਂਗੇ। ਸੱਤਾ ਦਾ ਹੁਸਨ ਅੱਜ ਕੱਲ ਬਣੇ ਹੋ ਗਿਆ ਨਾ, ਅੱਜ ਕੱਲ ਸੇਵਾ ਤਾਂ ਮਹਿਜ ਨਾਂ ਦੀ ਆ, ਏਜੰਡਾ ਬੜਾ ਸਾਫ਼ ਹੈ ਕਿ ਜਦੋਂ ਉੱਪਰਲੀ ਪਾਵਰ ਜਾਂ ਥੱਲੇ ਦੀ ਪਾਵਰ ਕੋਲ ਤਾਕਤ ਕਿੰਨੀ, ਕੇਜਰੀਵਾਲ ਕਾਹਤੋਂ ਲੜਖੜਾਉਂਦੇ ਫਿਰਦੇ ਆ। ਜੇਕਰ ਉਹਨਾਂ ਨੂੰ ਐਕਸਾਈਜ਼ ਨੀਤੀ ਦੇ ਤਹਿਤ ਉੱਥੇ ਸੰਮਨ ਕੀਤਾ ਗਿਆ, ਹੁਣ ਅਸੀਂ ਉਸ ਗੱਲ ਤੇ ਆਉਂਦੇ ਆ ਸਰਦਾਰ ਹਰਮੀਤ ਸਿੰਘ ਜੀ, ਅਸੀਂ ਉਸ ਗੱਲ ਤੇ ਆਉਂਦੇ ਆ ਕਿ 16 ਤਰੀਕ ਨੂੰ ਕੇਜਰੀਵਾਲ ਨੂੰ ਸੱਦਣ ਦੀ ਕੰਸੋ ਆ ਰਹੀ ਹੈ। ਅਸੀਂ ਇਹਦੀ ਪੁਸ਼ਟੀ ਇਸ ਕਰਕੇ ਨਹੀਂ ਕਰ ਰਹੇ ਕਿ ਅਧਿਕਾਰਤ ਅਜੇ ਸਟੇਟਮੈਂਟ ਕੋਈ ਨਹੀਂ ਗੀ, ਸੰਮਨ ਪਬਲਿਕ ਜਨਤਕ ਨਹੀਂ ਹੋਇਆ, ਲੇਕਿਨ ਬਹੁਤ ਸਾਰੇ ਜਗ੍ਹਾ ਤੋਂ ਇਹ ਖਬਰ ਆ ਰਹੀ ਹੈ। ਪਰ ਮੈਂ ਤੁਹਾਡੇ ਤੋਂ ਜਿਹੜਾ ਅਸੀਂ ਸਵਾਲ ਛੱਡ ਆਏ ਆ ਪਿੱਛੇ, ਮੈਂ ਇੱਕ ਵਾਰੀ ਫਿਰ ਉਹਨੂੰ ਟੱਚ ਕਰਨਾ ਚਾਹੁੰਦਾ। ਜਦੋਂ ਜਲੰਧਰ ਜ਼ਿਮਨੀ ਚੋਣ ਦੇ ਨਜ਼ਰੀਏ ਤੋਂ ਕਾਂਗਰਸ ਦੀ ਸਵੇਰ ਵਾਲੀ ਪ੍ਰੈਸ ਕਾਨਫਰੰਸ ਦੇ ਵਿੱਚ ਸਿੱਖੀ ਦਾ ਮੁੱਦਾ ਨੰਬਰ 1 ਤੇ ਰੱਖਿਆ ਗਿਆ ਕਿ ਤੁਸੀਂ ਅਕਾਲ ਤਖਤ ਦੇ ਜਥੇਦਾਰ ਦੀ ਪਦਵੀ ਨੂੰ ਤੇ ਜਥੇਦਾਰ ਦੀ ਆਪਣੀ ਜਿਹੜੀ ਉਹਨੂੰ ਚੁਣੌਤੀ ਦਿੱਤੀ, ਅਕਾਲ ਤਖਤ ਸਾਹਿਬ ਦੀ ਹੋਂਦਸਤੀ ਨੂੰ ਚੁਣੌਤੀ ਦਿੱਤੀ, ਠੀਕ ਹੈ ਨਾ। ਇੱਕ ਤਾਂ ਉਹ ਸਵਾਲ ਹੈ। ਦੂਜਾ ਸਵਾਲ ਇਹ ਹੈ, ਮਤਲਬ ਕਾਂਗਰਸ ਨੇ ਸਿੱਖ ਪੱਤਾ ਖੇਡਣ ਦੀ ਪੂਰੀ ਕੋਸ਼ਿਸ਼ ਕੀਤੀ, ਦੂਜਾ ਬੀਜੇਪੀ ਸਿੱਖ ਕੈਂਡੀਡੇਟ ਦੇ ਉੱਤੇ ਖੇਡ ਰਹੀ ਹੈ, ਤੀਜੇ ਬੰਨੇ ਬੀਬੀ ਜਗੀਰ ਕੌਰ ਔਰ ਢੀਂਡਸਾ ਸਾਫ਼ ਕਰ ਗਏ ਕਿ ਅਸੀਂ ਇਲੈਕਸ਼ਨ ਨਹੀਂ ਲੜਨੀ ਕਿਉਂਕਿ ਅਸੀਂ ਤਾਂ ਚੱਲਦੇ ਹੀ ਸਿੱਖ ਮੁੱਦਿਆਂ ਤੇ ਆ ਔਰ ਅਸੀਂ ਸ਼੍ਰੋਮਣੀ ਕਮੇਟੀ ਤੇ ਵਿਧਾਨ ਸਭਾ ਲਈ ਚੱਲਾਂਗੇ, ਸਾਡੀ ਪਾਰਲੀਮੈਂਟ 'ਚ ਕੋਈ ਦਿਲਚਸਪੀ ਨਹੀਂ। ਔਰ ਵੱਡੀ ਗੱਲ ਹੈ ਕਿ ਜਿਵੇਂ ਤੁਸੀਂ ਦੱਸ ਹੀ ਰਹੇ ਸੀ ਕਿ ਉਹ ਇੱਕ ਸਿੱਖ ਕੈਂਡੀਡੇਟ ਨੂੰ ਤਰਜੀਹੀ ਤੌਰ ਤੇ ਸਪੋਰਟ ਕਰਨਾ ਚਾਹੁੰਗੇ, ਉਹ ਕੁਦਰਤੀ ਹੈ ਇੰਦਰ ਇਕਬਾਲ ਅਟਵਾਲ। ਸੋ ਜਿਹੜਾ ਮੇਨ ਫੋਕਸ ਵਿੱਚ ਇਸ ਵੇਲੇ ਸਿੱਖ ਇਸ਼ੂ ਆ ਗਿਆ, ਉਸ ਵੇਲੇ ਜਦੋਂ ਅੰਮ੍ਰਿਤਪਾਲ ਦੇ ਵਰਤਾਰੇ ਤੋਂ ਬਾਅਦ ਮੁੰਡਿਆਂ ਦੀ ਫੜੋ ਫੜਾਈ ਨੂੰ ਲੈ ਕੇ ਸਿੱਖ ਮਸਲਿਆਂ ਤੇ ਸਿੰਘ ਸਾਹਿਬ ਦਾ ਸਿੱਧਿਓ ਸਰਕਾਰ ਨੂੰ ਐਡਰੈਸ ਹੋ ਜਾਣਾ, ਦਮਦਮਾ ਸਾਹਿਬ ਦੇ ਵਿੱਚ ਲਗਾਤਾਰ ਸਿੰਘ ਸਾਹਿਬ ਦਾ ਐਕਟਿਵ ਹੋਣਾ, ਸਿੱਖ ਮਸਲਿਆਂ ਦੇ ਨਜ਼ਰੀਏ ਤੋਂ ਆਮ ਆਦਮੀ ਪਾਰਟੀ ਨੂੰ ਕਟਹਿਰੇ 'ਚ ਖੜਾ ਕੀਤਾ ਗਿਆ। ਔਰ ਇਹਦਾ ਮਤਲਬ ਹੈ ਕਿ ਬਾਕੀ ਜਿਹੜੀਆਂ ਦੋ ਧਿਰਾਂ ਨੇ ਉਹ ਸਿੱਧੇ ਰੂਪ 'ਚ ਸਿੱਖ ਮਸਲਾ ਨੰਬਰ 1 ਤੇ ਰੱਖ ਕੇ ਐਡਰੈਸ ਕਰ ਰਹੀਆਂ ਨੇ। ਸੋ ਇਹਦਾ ਮਤਲਬ ਇਹ ਮੇਨ ਥੀਮ ਆ, ਮੇਨ ਫੋਕਸ ਵਿੱਚ ਹੈ, ਸੈਂਟਰ ਸਟੇਜ ਦੇ ਵਿੱਚ ਹੈ, ਇਹਨੂੰ ਐਡਰੈਸ ਕਰੋ ਜ਼ਰਾ। ਹਾਂ ਬਿਲਕੁਲ, ਕਿਉਂਕਿ ਜਿਹੜੀ ਨੀਟੀਗ੍ਰਿਟੀ ਚੋਣਾਂ ਦੀ ਹੁੰਦੀ ਆ ਉਹ ਦੇਖਦੇ ਨੇ ਕਿਹੋ ਜਿਹੇ ਕੈਂਡੀਡੇਟ ਖੜੇ ਨੇ, ਉਹਨਾਂ ਚੋਂ ਆਪਾਂ ਨੂੰ ਉਹਦੇ ਚੋਂ ਫਾਇਦਾ ਕਿਹੜਾ ਕਿਵੇਂ ਦੇ ਸਕਦਾ। ਔਰ ਬਿਲਕੁਲ ਪਹਿਲਾਂ ਤਾਂ ਬੀਜੇਪੀ ਨੇ ਇੱਕ ਸਾਬਤ ਸੂਰਤ ਸਿੱਖ ਜਿਹਨੂੰ ਕਹਿੰਦੇ ਨੇ ਵੀ ਉਹ ਬੰਦਾ ਲਿਆਂਦਾ ਜਿਹੜਾ ਦੂਜਿਆਂ ਦੇ ਮੁਕਾਬਲੇ ਕੰਪੈਰੇਟਿਵਲੀ, ਹਾਲਾਂਕਿ ਉਹ ਅਲੱਗ ਗੱਲ ਹੈ ਕਿ ਦੂਜੇ ਵੀ ਕਈ ਵਾਰ ਕਹਿੰਦੇ ਨੇ ਕਿ ਅਸੀਂ ਵੀ ਤਾਂ ਗੁਰੂ ਨਾਨਕ ਦੇਵ ਨਾਮ ਲੇਵਾ ਹੋ ਸਕਦੇ ਹਾਂ, ਜਿਹੜਾ ਪੱਗ ਨਹੀਂ ਬੰਨਦਾ ਕੋਈ ਹਰੇਕ ਦਾ ਦਾਅਵੇਦਾਰੀ ਹੋ ਸਕਦੀ ਹੈ ਉਸ ਤਰੀਕੇ ਦੀ, ਉਹ ਅਲੱਗ ਹੁੰਦੀ ਹੈ। ਔਰ ਇਹ ਬੀਬੀ ਕਰਮਜੀਤ ਕੌਰ ਇਹਨਾਂ ਦਾ ਵੀ ਹੈ, ਇਹਨਾਂ ਦਾ ਬੇਟਾ ਵੀ ਹੈ ਜਿਹੜਾ MLA ਵੀ ਹੈ ਤੇ ਉਹ ਵੀ ਪੱਗ ਬੰਨਦਾ ਹੈ ਵੈਸੇ, ਤੇ ਬੀਬੀ ਚੁੰਨੀ ਲੈਂਦੀ ਹੈ ਤੇ ਬੀਬੀ ਤਾਂ ਸਰਦਾਰ ਨਹੀਂ ਹੋ ਸਕਦੀ ਹੈ, ਉਹ ਵੀ ਕੋਈ ਬੜੀ ਗੱਲ ਨਹੀਂ ਹੈ ਜਿਹੜੇ ਕਾਂਗਰਸ ਦੇ ਕੈਂਡੀਡੇਟ ਦੇ ਤੌਰ ਤੇ ਜੇਕਰ ਇਹ ਕਿਹਾ ਜਾਂਦਾ ਕਰਮਜੀਤ ਕੌਰ। ਬਾਕੀ ਦੇ ਜਿਹੜੇ ਕੈਂਡੀਡੇਟ ਨੇ ਦੋ ਉਹ ਥੋੜੇ ਜਿਹੇ ਅਲੱਗ ਕਮਿਊਨਿਟੀ ਜਿਹੜੀ ਹੈ ਇੱਕ ਮਤਲਬ ਦੇਖਣ ਲਈ ਸ਼ਕਲ ਸੂਰਤ ਦੇ ਤੌਰ ਤੇ ਇਹ ਹੈ ਕਿ ਸ਼ਾਇਦ ਦੂਜੀ ਵੋਟ ਤੇ ਜ਼ਿਆਦਾ ਨਿਰਭਰ ਕਰਨ। ਔਰ ਇਹਦੇ ਚੋਂ ਇੱਕ ਗੱਲ ਜ਼ਰੂਰ ਹੈ ਕਿ ਜਿਹੜਾ ਬੀਜੇਪੀ ਨਾਲ ਅਲਾਇੰਸ ਦਾ ਸੁਰ, ਅਕਾਲੀ ਦਲ ਖੁਦ ਜਾਂ ਅਕਾਲੀ ਦਲ ਤੋਂ ਅਲੱਗ ਹੋਏ ਗਰੁੱਪ, ਉਹ ਅਜੇ ਤੱਕ ਕੋਈ ਆਜ਼ਾਦ ਏਜੰਡਾ ਲੈ ਕੇ ਨਹੀਂ ਚੱਲੇ, ਉਹ ਕਿਸੇ ਨਾ ਕਿਸੇ ਰੂਪ ਦੇ ਵਿੱਚ ਨੈਸ਼ਨਲ ਲੈਵਲ ਤੇ ਬੀਜੇਪੀ ਨਾਲ ਇਕੁਏਸ਼ਨ ਬਣਾ ਕੇ ਚੱਲਣਾ ਚਾਹੁੰਦੇ ਨੇ ਪ੍ਰੋਪਰ ਤਰੀਕੇ ਦੇ ਨਾਲ। ਹੁਣ ਰੌਲਾ ਇਹ ਹੈ ਵੀ ਉਹ ਕਿਹਦੇ ਨਾਲ ਕਰਦੇ ਆ, ਕਿੰਨਾ ਕਰਦੇ ਆ, ਕੀ ਹੈ। ਜਦੋਂ ਸੰਗਰੂਰ ਦੀ ਬਾਈ ਇਲੈਕਸ਼ਨ ਹੋਈ ਹੈ ਜਿਹੜੀ ਜਿਮਨੀ ਚੋਣ ਸੀ, ਉਦੋਂ ਤਾਂ ਡਾਇਰੈਕਟਲੀ ਕਹਿ ਕੇ ਸਪੋਰਟ ਕੀਤੀ ਗਈ ਨਾ, ਔਰ ਕੰਪੇਨ ਵੀ ਕੀਤੀ ਸਾਰਿਆਂ ਨੇ, ਇਵਨ ਪਰਮਿੰਦਰ ਸਿੰਘ ਢੀਂਡਸਾ ਜਾਂਦੇ ਰਹੇ, ਸੁਖਦੇਵ ਸਿੰਘ ਢੀਂਡਸਾ ਆਪ ਜਾਂਦੇ ਰਹੇ, ਉਹ ਸਾਰੇ ਨੇ। ਇਸ ਵਾਰ ਉਹੋ ਜਿਹਾ ਕੋਲੈਬੋਰੇਸ਼ਨ ਤਾਂ ਨਹੀਂ ਦਿਖਾਈ ਦਿੱਤੀ ਕਿ ਕੋਈ ਇਸ ਲੈਵਲ ਦਾ ਕੈਂਡੀਡੇਟ ਗੱਲ ਕਰਕੇ ਹੋਵੇ ਕਿਸੇ ਨਾ ਕਿਸੇ ਰੂਪ ਦੇ ਵਿੱਚ, ਤੇ ਪਰ ਉਹਦੇ ਚ ਜਿੰਨਾ ਕੁ ਵੀ ਹੈ, ਕਿਉਂਕਿ ਮੈਨੂੰ ਲੱਗਦਾ ਕਿ ਜਿਹੜਾ ਅਕਾਲੀ ਦਲ ਸੰਯੁਕਤ ਜਿਹਨੂੰ ਕਹਿੰਦੇ ਆ ਕਿ ਉਹਦਾ ਜਲੰਧਰ ਚ ਦੁਆਬੇ ਚ ਸ਼ਾਇਦ ਉਹਦਾ ਨਹੀਂ, ਉਹ ਬੀਬੀ ਜਗੀਰ ਕੌਰ ਦੇ ਆਸਰੇ ਹੀ ਉਹਨਾਂ ਨੇ ਛੱਡਿਆ ਸੀ ਇੱਕ ਕਿ ਜੇ ਉਹ ਅੱਗੇ ਲੱਗਣਗੇ ਤਾਂ ਆਪਾਂ ਇੱਥੇ ਕੈਂਡੀਡੇਟ ਖੜਾ ਕਰਾਂਗੇ। ਤਾਂ ਜਿੰਨੀਆਂ ਉਹਨਾਂ ਨੇ, ਉਹ ਬੀਬੀ ਜਗੀਰ ਕੌਰ ਨੇ ਉਹਨਾਂ ਨਾਲ ਗੱਲ ਕੀਤੀ ਤੇ ਸ਼ਾਇਦ ਉਹ ਕੈਂਡੀਡੇਟ ਖੜਾ ਕਰਨ ਤੋਂ ਬੈਡਰਾ ਕਰ ਗਏ ਤੇ ਪ੍ਰੈਸ ਨੋਟ ਆ ਗਿਆ।
ਇਦੋਂ ਬਾਅਦ ਹੁਣ ਲੱਗਦਾ ਇਹ ਆ ਵੀ ਜਿਹੜੀ ਉਹਨਾਂ ਦੀ ਚਰਚਾ ਹੋ ਰਹੀ ਹੈ ਤੇ ਉਹ ਕਿਹਨੂੰ ਵੋਟ ਪਾਉਣ ਨੂੰ ਕਹਿਣਗੇ, ਜਿੰਨੀ ਕਿ ਵੀ ਵੋਟ ਹੈ, ਕਿੰਨੀ ਹੈ ਇਹ ਨਹੀਂ ਪਤਾ, ਇੱਕ ਮੈਸੇਜ ਕਨਵੇ ਕਰਨਾ ਹੁੰਦਾ ਕੀ ਹੈ। ਤੇ ਸੰਭਵ ਹੈ ਉਹਨਾਂ ਲਈ ਕਿ ਇੱਕ ਤਾਂ ਬੀਜੇਪੀ ਨਾਲ ਨੇੜਤਾ ਆਲਰੇਡੀ ਪਹਿਲਾਂ ਹੀ ਹੈ, ਸ਼੍ਰੋਮਣੀ ਕਮੇਟੀ ਦੀ ਚੋਣ ਵੀ ਉਹ ਥਰੂ ਬੀਜੇਪੀ ਗਵਰਨਮੈਂਟ ਆਫ ਇੰਡੀਆ ਤੋਂ ਕਹਿੰਦੇ ਨੇ ਛੇਤੀ ਕਰਾ ਲਈ ਜਾਵੇ ਤਾਂ ਕਿ ਪਹਿਲਾਂ ਸ਼੍ਰੋਮਣੀ ਕਮੇਟੀ ਦੇ ਵਿੱਚ ਗੱਲ ਹੋ ਜੇ ਜਾਂ ਉਹ ਚੋਣਾਂ ਦੇ ਵਿੱਚ ਸਾਡਾ ਕੋਈ ਬਣ ਜੇ। ਤੇ ਅਗਲੀ ਗੱਲ ਇਹ ਹੈ ਕਿ ਉਹ ਇਹ ਕਹਿਣਗੇ ਕਿ ਅੰਮ੍ਰਿਤਧਾਰੀ ਜਾਂ ਉਹ ਪਰਿਵਾਰ ਜਿਹੜਾ ਟਕਸਾਲੀ ਹੈ ਅਕਾਲੀ ਦਲ ਨਾਲ ਜੁੜਿਆ, ਅਕਾਲੀ ਦਲ ਤਾਂ ਛੱਡ ਗਿਆ ਟਕਸਾਲੀ ਪਰਿਵਾਰਾਂ ਨੂੰ, ਤੇ ਚਲੋ ਉਹਨੂੰ ਵੋਟ ਪਾ ਦਿੱਤੀ ਜਾਵੇ। ਇੱਕ ਮੋਰਲ ਗਰਾਊਂਡ ਹੈ, ਮਤਲਬ ਜਿਹੜੇ ਬੰਦੇ ਜ਼ਿਕਰ ਇਹ ਕਰਦੇ ਨੇ ਔਰ ਜਿਹੜਾ ਕਿ ਲੱਗਦਾ ਉਹਨਾਂ 'ਚ ਜਿਸ ਲੈਵਲ ਦੀ ਚਰਚਾ ਦਿਖਾਈ ਦਿੰਦੀ ਹੈ। ਸੰਭਵ ਹੈ ਕਿ ਅਗਲੇ ਦਿਨਾਂ ਦੇ ਵਿੱਚ ਉਹ ਐਲਾਨੀਆਂ ਵੀ ਕਹਿ ਦੇਣ ਕਿ ਇਹੋ ਜਿਹੇ ਤਰੀਕੇ ਨਾਲ ਵੋਟ ਪਵੇ, ਨਹੀਂ ਤਾਂ ਅੰਡਰਹੈਂਡ ਤਾਂ ਹੁੰਦਾ ਹੀ ਹੈ। ਜਿਹੜੀਆਂ ਵੀ ਚੀਜ਼ਾਂ ਜਦੋਂ ਤੁਸੀਂ ਕਹਿੰਦੇ ਹੋ ਨਾ, ਜਿਹੋ ਟੁੱਟ ਕੇ ਆਏ ਹੁੰਦੇ ਹੋ ਉਹਦੇ ਨਾਲ ਤਾਂ ਤੁਹਾਡੀ ਲੱਗਦੀ ਉਹ ਹੈ, ਫਿਰ ਦੂਜੇ ਨਾਲ ਜਿਹਦੇ ਨਾਲ ਬਣਾਉਂਦੇ ਹੋ ਉਹਦੇ ਪਾਸੇ ਵੱਲ ਹੀ ਜਾਂਦੇ ਹੋ ਤੁਸੀਂ, ਜੋ ਵੀ ਤਰੀਕਾ ਕਰਦੇ ਹੋ। ਪਰ ਇੱਕ ਨਾਲ ਦੀ ਨਾਲ ਗੱਲ ਹੋਰ ਹੁੰਦੀ ਹੈ ਕਿ ਜਦੋਂ ਨਾ ਜਿਵੇਂ ਸੰਗਰੂਰ ਦੇ ਵਿੱਚ ਹੋਇਆ, ਸੰਗਰੂਰ ਦੇ ਵਿੱਚ ਕੀ ਹੋਇਆ ਸੀ, ਲੋਕਾਂ ਦਾ ਇੱਕ ਵਰਤਾਂਤ ਸਿਰਜਿਆ ਕਿ ਵੀ ਕਿਸੇ ਨੂੰ ਜਿੱਤਣ ਨਹੀਂ ਦੇਣਾ ਇਹਨਾਂ ਚੋਂ। ਲੋਕਾਂ ਨੂੰ ਤਾਂ ਆਪ ਤੇ ਤਾਂ ਲੋਕਾਂ ਦਾ ਨਾਰਾਜ਼ਗੀ ਸੰਗਰੂਰ ਦਿਖਦੀ ਸੀ ਨਾ, ਮੈਂ ਇਹਨੂੰ ਨਹੀਂ ਜਿੱਤਣ ਦੇਣਾ, ਬਾਕੀ ਦੇਖਾਂਗੇ, ਮਾਨ ਨੂੰ ਜਿਤਾ ਦੋ ਚਾਹੇ। ਉਹ ਮਾਨ ਨੂੰ ਬਹੁਤ ਸਾਰੇ ਹਿੰਦੂਆਂ ਨੇ ਵੀ ਵੋਟ ਪਾਈ ਸੰਗਰੂਰ ਦੇ ਵਿੱਚ, ਐ ਨਹੀਂ ਇਕੱਲੇ ਸਿੱਖਾਂ ਨੇ ਵੋਟ ਪਾਈ ਉਸ ਲੈਵਲ ਦੇ। ਔਰ ਜੇਕਰ ਇਹ ਦਲਿਤ ਪੱਤਾ ਚੱਲਦਾ ਨਾ ਜਿਵੇਂ ਵੀ ਹੈ ਚੰਨੀ ਦਾ ਜਾਂ ਬਾਕੀ ਦੇ ਮਾਮਲਿਆਂ ਦੇ ਵਿੱਚ, ਤਾਂ ਹੋ ਸਕਦਾ ਇਹਨਾਂ ਚੋਂ ਵੀ ਜਿਹੜੇ ਅੱਧ ਪਚੱਧ ਸਿੱਖ ਵੀ ਦੂਜੇ ਵੀ ਫਿਰ ਅਗਲਾ ਜੇ ਇਹ ਮੰਨ ਲੈ ਨਾ ਵੀ ਇਹਨੂੰ ਨਹੀਂ ਜਿੱਤਣ ਦੇਣਾ, ਫਿਰ ਉਹ ਵੋਟ ਜਿਹੜੀ ਰੁੜਦੀ ਭਿੱਜੀ ਫਿਰਦੀ ਹੁੰਦੀ ਹੈ, ਦੇਖਦੀ ਰਹਿੰਦੀ ਹੈ, ਤਾਂ ਉਹ ਸਮੀਪਕ ਵੋਟ ਉਹ ਵੀ ਕਿਧਰੇ ਕਿਦਾਂ ਚਲੀ ਗਈ, ਇੱਕ ਪਾਸੇ ਭੁਗਤ ਜਾਂਦੀ ਹੈ ਬੜੀ ਵਾਰ। ਇਸੇ ਕਰਕੇ ਨਤੀਜੇ ਜਿਹੜੇ ਠੋਸ ਕੈਲਕੂਲੇਸ਼ਨਾਂ ਹੁੰਦੀਆਂ ਨੇ ਉਹ ਵਿਗੜ ਜਾਂਦੀਆਂ ਨੇ ਉਦੋਂ, ਜਿਹੜੀਆਂ ਨੂੰ ਇਹ ਕਹਿੰਦੇ ਹੁੰਦੇ ਨੇ ਵੀ ਆਹ ਐਵੇਂ ਕਰ ਲੂ, ਇੱਧਰ ਕੱਟ ਲੱਗ ਜੂ, ਇੱਧਰ ਬਾਕੀ ਦੀਆਂ ਚੀਜ਼ਾਂ ਹੋ ਜੂ। ਹੁਣ ਜੇ ਦਲਿਤ ਪੱਤਾ ਚੱਲਦਾ, ਮੰਨ ਲਓ ਜਿਹੜੇ ਅਕਾਲੀ ਦਲ ਦੇ ਉਮੀਦਵਾਰ ਨੂੰ ਬੀਐਸਪੀ ਦੀ ਵੋਟ ਟ੍ਰਾਂਸਫਰ ਜਿਹੜੇ 2 ਲੱਖ ਤੋਂ ਕਰੀਬ ਪਾਰਲੀਮੈਂਟ 'ਚ ਗਈ ਸੀ, ਤਾਂ ਸੰਭਵ ਹੈ ਕਿ ਬੀਜੇਪੀ ਦੀ ਬੀਐਸਪੀ ਦੀ ਟੋਟਲ ਵੋਟ ਟ੍ਰਾਂਸਫਰ ਹੋ ਜਾਏਗੀ। ਔਰ ਉਹਦੇ ਤੇ ਡਾਊਟ ਵੀ ਫਿਰ ਉਸ ਤੋਂ ਬਾਅਦ ਹੋ ਸਕਦਾ ਕਿ ਜੇ ਭਾਈਚਾਰਾ ਦਾ ਜਿਹੜਾ ਇੱਕ ਸਿਸਟਮ ਸਾਡੇ ਜਿਹੋ ਜਿਹੇ ਬਣੇ ਹੋਏ ਨੇ ਨਾ, ਤਾਂ ਉਹ ਵੋਟਾਂ ਹਿਲਦੀਆਂ ਨੇ ਇੱਧਰ ਉੱਧਰ, ਸਾਰੇ ਤੁਹਾਡਾ ਕੇਡਰ ਵੋਟ ਨਹੀਂ ਹੁੰਦੀ, ਇੱਕ ਸੈਂਟੀਮੈਂਟ ਦੀਆਂ ਵੋਟਾਂ ਵੀ ਹੁੰਦੀਆਂ ਨੇ। ਔਰ ਇਹ ਅਜੇ ਹੋਊਗਾ ਜਾਂ ਨਹੀਂ ਹੋਏਗਾ ਇਹਦੀ ਗਰੰਟੀ ਨਾਲ ਨਹੀਂ ਕਿਹਾ ਜਾ ਸਕਦਾ, ਪਰ ਇਹ ਮੌਕਾ ਜ਼ਰੂਰ ਗਲਤ ਹੈ, ਇਹਦੇ ਚਾਂਸ ਬਣ ਜਾਂਦੇ ਨੇ ਇਹੋ ਜਿਹੇ ਸਮੇਂ ਜਦੋਂ ਤੁਸੀਂ ਇਹ ਚੀਜ਼ਾਂ ਕਰਦੇ ਹੋ। ਅੱਛਾ, ਇੱਕ ਸਵਾਲ ਇਹ ਬੜਾ ਜ਼ਰੂਰੀ ਸਵਾਲ ਹੈ, ਇਹਨੂੰ ਐਡਰੈਸ ਜ਼ਰੂਰ ਕਰੋ ਕਿਉਂਕਿ ਤੁਸੀਂ ਸਮਝ ਰੱਖਦੇ ਹੋ ਇਹਨਾਂ ਚੀਜ਼ਾਂ ਦੀ, ਹਿਊਮਨ ਸਾਈਕੀ ਦਾ ਸਵਾਲ ਵੀ ਹੈ। ਮੈਨੂੰ ਇਹ ਦੱਸੋ ਕਿ ਇਸ ਵੇਲੇ ਫੈਸਲੇ ਕੌਣ ਲੈ ਰਿਹਾ? ਦੇਖੋ, ਇਹ ਸਵਾਲ ਕਿ ਚਰਨਜੀਤ ਸਿੰਘ ਚੰਨੀ ਨੂੰ ਤੁਸੀਂ 20 ਨੂੰ ਸੱਦਿਆ ਸੀ ਔਰ 20 ਨੂੰ ਸੱਦਿਆ, ਤੇ ਕੱਲ ਜਦੋਂ, ਕਿਉਂਕਿ ਮੋਟੇ ਤੌਰ ਤੇ ਅੱਜ ਉਹਨਾਂ ਗੱਲ ਤੇ ਇਹੀ ਕੀਤੀ ਹੈ ਨਾ ਕਿ ਕੱਲ ਮੈਂ ਸੀਐਮ ਨੂੰ ਸਵਾਲ ਪੁੱਛੇ ਕਿ ਸੀਐਮ ਆਪਣੀ ਜੈਕਟ ਤੁਸੀਂ ਦੇਖੋ ਰੋਜ਼ ਬਦਲ ਰਿਹਾ, 3 ਮਹੀਨੇ ਹੋ ਗਏ, ਰੋਜ਼ ਉਹਨਾਂ ਦੀ ਨਵੀਂ ਕੱਪੜੇ ਦਾ, ਜੁੱਤੀਆਂ ਦੀ, ਸਾਰੇ ਉਹ ਮਤਲਬ ਇੱਕ ਬੰਦਾ ਕੱਲ ਤੁਹਾਡੇ ਤੇ ਸਿੱਧਾ ਸਟੇਟਵੇ ਹਮਲਾ ਕਰ ਰਿਹਾ, ਔਰ ਉਸ ਤੋਂ ਬਾਅਦ ਤੁਸੀਂ ਜਿਹਨੂੰ 20 ਦਾ ਸੰਮਨ ਭੇਜਿਆ ਹੋਇਆ ਉਹਨੂੰ ਤੁਸੀਂ ਅੱਜ ਲਈ ਬੁਲਾ ਲਿਆ, ਵਿਸਾਖੀ ਵਾਲੇ ਦਿਨ, ਛੁੱਟੀ ਵਾਲੇ ਦਿਨ। ਕੀ ਕਾਰਨ ਹੋਇਆ ਕਿ ਤੁਸੀਂ 12 ਤੋਂ ਸਿੱਧਾ 20 ਦਾ ਕਹਿਤਾ ਤੇ 20 ਤੋਂ ਸਿੱਧਾ ਅੱਜ ਤੇ ਆ ਗਏ? ਮੈਨੂੰ ਇਹ ਗੱਲ ਸਮਝਾਓ ਕਿ ਫੈਸਲੇ ਲੈ ਕੌਣ ਰਿਹਾ? ਦਿੱਲੀ ਵਾਲੇ ਲੈ ਰਹੇ ਹੋਣਗੇ, ਭਗਵੰਤ ਮਾਨ ਲੈ ਰਹੇ ਨੇ, ਕੌਣ ਸਰਕਾਰ ਦੇ ਵਿੱਚ ਫੈਸਲੇ ਕਰ ਰਿਹਾ ਕਿ ਜਦੋਂ ਇੰਨੀ ਕਰੂਸ਼ਲ ਮੂਮੈਂਟ ਆ, ਇੰਨਾ ਕੁਝ ਹੋ ਰਿਹਾ, ਤਾਂ ਮਤਲਬ ਸਹਿਣਸ਼ੀਲਤਾ ਦੇ ਮਾਮਲੇ 'ਚ ਇੱਥੇ ਕੋਈ ਕਮੀ ਲੱਗਦੀ ਹੈ ਜਾਂ ਸੋਚ ਸਮਝ ਕੇ ਫੈਸਲਾ ਕੀਤਾ ਗਿਆ ਕਿ ਗੇਮ ਖੇਡਦੇ ਆ ਜੀ, ਗੇਮ ਹਮਲਾਵਰ ਖੇਡਣੀ ਆ ਜੀ, ਗੇਮ ਪੱਤੇ ਸਾਰੇ ਸੁੱਟ ਕੇ ਖੇਡਣੀ ਆ ਜੀ, ਔਰ ਕਿਸੇ ਵੇਲੇ ਉਹ ਪੱਤਾ ਪੁੱਠਾ ਵੀ ਚੱਲ ਜਾਂਦਾ? ਇਹ ਫੈਸਲੇ ਕੌਣ ਲੈ ਰਿਹਾ? ਇਹ ਸੰਭਵ ਹੋ ਸਕਦਾ ਕਿ ਇਹਨਾਂ ਨੇ ਮਿਲ ਕੇ ਹੀ ਸੋਚਿਆ ਹੋਵੇ ਇਹ ਗੱਲ ਕਿ ਆਪਾਂ ਅਗਰੈਸਿਵ ਹੁੰਨੇ ਆ ਤੇ ਇਹ ਸਾਬਤ ਕਰਦੇ ਆ ਕਿ ਬੰਦਾ ਕਰਪਟ ਹੈ, ਕਿਉਂਕਿ ਇਹਨਾਂ ਕੋਲ ਤਾਂ ਇੱਕੋ ਸਲੋਗਨ ਹੈ, ਉਹ ਹੈ ਐਂਟੀ ਕਰਪਸ਼ਨ। ਪੋਲੀਟੀਕਲ ਥਾਟ ਅਜੇ ਡਿਵੈਲਪ ਹੀ ਨਹੀਂ ਹੋਇਆ, ਇਵੋਲਵ ਨਹੀਂ ਹੋਇਆ। ਇਹਨਾਂ ਨੇ ਕਦੇ ਪੋਲੀਟੀਕਲ ਥਾਟ ਤਾਂ ਇਵੋਲਵ ਜਾਂ ਗਰੰਟੀਆਂ ਨੇ ਤੇ ਜਾਂ ਐਂਟੀ ਕਰਪਸ਼ਨ ਇੱਕ ਗੱਲ ਹੈ। ਔਰ ਐਂਟੀ ਕਰਪਸ਼ਨ ਦਾ ਠੀਕ ਹੈ, ਕਾਫੀ ਹੱਦ ਤੱਕ ਬਿਜ਼ਨਸ ਦੇ ਵਿੱਚ ਕਈ ਜਿਹੜੇ ਜੇਕਰ ਕਰਪਟ ਹੈਗੇ ਨੇ ਕੋਈ, ਤਾਂ ਉਹਨਾਂ ਖਿਲਾਫ ਕਾਰਵਾਈ ਹੋਣੀ ਚਾਹੀਦੀ ਹੈ, ਔਰ ਜਿੰਨੇ ਵੀ ਹੈ ਨੇ, ਪਰ ਉਹਦੇ ਚ ਵੀ ਐ ਨਜ਼ਰ ਨਾ ਆਏ ਪਿਕ ਐਂਡ ਚੂਜ ਵੀ ਇਹਨੂੰ ਫੜ ਲਿਆ, ਇਹਨੂੰ ਛੱਡਤਾ, ਇਹਨੂੰ ਫੜ ਲਿਆ, ਇਹਨੂੰ ਛੱਡਤਾ, ਫਿਰ ਉਹ ਮੂਵ ਵੀ ਕਿਧਰੇ ਚਲੀ ਜਾਂਦੀ ਹੈ, ਫਿਰ ਤਾਂ ਪੋਲੀਟੀਕਲ ਸਕੋਰ ਸੈਟਲ ਵਾਲੀ ਹੋ ਜਾਂਦੀ ਹੈ ਜੇਕਰ ਇਸ ਤਰੀਕੇ ਨਾਲ ਨਾ ਹੋਵੇ। ਔਰ ਉਹ ਜਿਹੜੀ ਥੋੜੀ ਬਹੁਤ ਬਣਨ ਲੱਗ ਗਈ ਸੀ ਨਾ, ਜਿਵੇਂ ਸਰਾਰੀ ਦੇ ਮਾਮਲੇ ਦੇ ਵਿੱਚ, ਜਿਵੇਂ ਵਿਜੇ ਸਿੰਗਲਾ ਦੇ ਮਾਮਲੇ ਦੇ ਵਿੱਚ, ਜਿਵੇਂ ਬਾਕੀ ਹੈ ਵੀ ਉਧਰ ਕਿੱਧਰ ਗਿਆ ਤੁਹਾਡੇ ਵਾਲੇ ਮਾਮਲਿਆਂ ਦੇ ਵਿੱਚ ਜਿਹੜੀਆਂ ਚੀਜ਼ਾਂ ਹੋ ਰਹੀਆਂ ਨੇ ਬਾਰ-ਬਾਰ, ਤੇ ਹੋਰ ਬੰਦਿਆਂ ਤੱਕ ਕਿਉਂ ਨਹੀਂ ਜਾ ਰਹੀ, ਜਿਹੜੇ ਪਾਵਰਫੁਲ ਬੰਦੇ ਨੇ ਉਧਰ ਨੂੰ ਮੂੰਹ ਅਜੇ ਕਿਉਂ ਨਹੀਂ ਹੋ ਰਿਹਾ ਉਸ ਪੱਧਰ ਦੇ ਉੱਤੇ। ਔਰ ਅਗਲੀ ਗੱਲ ਇਹ ਹੈ ਕਿ ਇਹ ਬਾਈ ਇਲੈਕਸ਼ਨ ਜਿਵੇਂ ਸੰਗਰੂਰ ਦੀ ਨਾ, ਤੇ ਬਾਈ ਇਲੈਕਸ਼ਨ ਨਾ ਜਿਵੇਂ ਭਗਵੰਤ ਮਾਨ ਤੇ ਛੱਡ ਦਿੱਤੀਆਂ ਹੁੰਦੀਆਂ ਨੇ, ਮੈਨੂੰ ਇਹ ਲੱਗਦਾ ਕਿ ਤੁਹਾਡੀ ਦੇਖਦੇ ਆ ਜੀ,
ਤਾਂ ਕਿ ਕੱਲ ਨੂੰ ਹਾਈ ਕਮਾਂਡ ਨੂੰ ਇਹ ਲੱਗੇ ਵੀ ਐਡਾ ਵੀ ਪਾਪੂਲਰ ਨਹੀਂ ਤੂੰ, ਜੇ ਇੱਧਰ ਉੱਧਰ ਹਿਲਾਉਣਾ ਪਏ ਕਦੇ ਵੀ ਕੋਈ ਗੱਲ ਹੋਵੇ ਤਾਂ ਇਹ ਦੇਖਿਆ ਜਾਏ ਕਿ ਉਹਦਾ ਅਕਸ ਉਹਦੀ ਛਵੀ ਐਡੀ ਵੱਡੀ ਨਾ ਬਣ ਜੇ ਕਿ ਉਹ ਸਾਰੇ ਮਜ਼ਬੂਤ ਤਰੀਕੇ ਦੇ ਨਾਲ ਦੇਖੋ ਜੀ ਚੋਣਾਂ ਜਿੱਤ ਰਿਹਾ, ਲਗਾਤਾਰ ਜਿੱਤ ਰਿਹਾ ਕਿਸੇ ਨਾ ਕਿਸੇ ਰੂਪ ਦੇ ਵਿੱਚ। ਅਗਲਾ ਕਹਿੰਦਾ ਜਦ ਤੂੰ ਚੀਫ ਮਿਨਿਸਟਰ ਆ ਯਾਰ ਉਦੋਂ ਤਾਂ ਬਾਈ ਇਲੈਕਸ਼ਨ ਆਪਾਂ ਹਾਰ ਰਹੇ ਹਾਂ, ਤਾਂ ਬਾਕੀ ਦੇ ਬੰਦਿਆਂ ਦੇ ਵਿੱਚ ਵੀ ਪ੍ਰਭਾਵ ਬਣਾਉਣ ਲਈ ਤਾਂ ਕਿਤੇ ਅੰਦਰੇ ਕੋਈ ਸਾਜ਼ਿਸ਼ ਇਸ ਲੈਵਲ ਦੀ ਪਣਪਤਾ ਨਹੀਂ ਰਹੀ ਕਿਸੇ ਨਾ ਕਿਸੇ ਰੂਪ ਦੇ ਵਿੱਚ। ਔਰ ਤੁਸੀਂ ਦੇਖੋ ਪਾਰਟੀ ਨੂੰ ਸੰਬੋਧਨ ਕਰ ਰਹੇ ਆ ਜਾਂ ਸੰਦੀਪ ਪਾਠਕ ਸੰਬੋਧਨ ਕਰ ਰਹੇ ਆ, ਲੋਕਲ ਪ੍ਰਧਾਨ ਹੋ ਤੁਸੀਂ, ਹੋਰ ਕੋਈ ਆਰਗੇਨਾਈਜੇਸ਼ਨ ਸਿਸਟਮ ਨਹੀਂ ਤੁਸੀਂ ਬਣਾ ਰਹੇ, ਜਾਂ ਤਾਂ ਕੋਈ ਹੋਰ ਚੀਜ਼ਾਂ ਆਰਗੇਨਾਈਜੇਸ਼ਨ ਦੇ ਸਟਰਕਚਰ ਚ ਲਿਆਂਦੀ ਹੈ। ਪਹਿਲਾਂ ਰਾਘਵ ਚੱਡਾ, ਫਿਰ ਸੰਦੀਪ ਪਾਠਕ, ਹੈ ਤਾਂ ਦਿੱਲੀ ਦਾ ਹੀ ਹੈ ਸਾਰਾ ਮਾਮਲਾ। ਜੇਕਰ ਦੇਖਦੇ ਆ ਜਿੰਨੀਆਂ ਡਾਇਰੈਕਸ਼ਨ ਨੇ, ਜਿੰਨੀਆਂ ਡਿਊਟੀਆਂ ਲੱਗ ਰਹੀਆਂ ਨੇ, ਡਿਊਟੀਆਂ ਲਾ ਕੇ ਕਿਹਾ ਗਿਆ ਕਿੱਥੇ ਰਹਿਣਾ ਕਿੱਥੇ ਨਹੀਂ, ਇਹਦੇ ਚ ਤਾਂ ਪੰਜਾਬ ਵਾਲੀ ਲੀਡਰਸ਼ਿਪ ਦਾ ਮੈਨੂੰ ਨਹੀਂ ਬਹੁਤ ਜ਼ਿਆਦਾ ਨਜ਼ਰ ਆ ਰਿਹਾ ਕਿਤੇ ਨਾ ਕਿਤੇ ਦਿਖਾਵਾ ਉਸ ਪੱਧਰ ਦੇ ਉੱਤੇ। ਔਰ ਪਰ ਇਹ ਗੱਲ ਕਰਦਾ ਕੋਈ ਵੀ ਹੋਵੇ, ਜਿੱਤ ਹੁੰਦੀ ਹੈ ਤਾਂ ਵੀ ਸ਼ੇਰਾ ਭਗਵੰਤ ਮਾਨ ਦੇ ਜਾਏਗਾ, ਤੇ ਜੇ ਹਾਰ ਹੁੰਦੀ ਹੈ ਤਾਂ ਵੀ ਜਿਹੜੀ ਛਵੀ ਤੇ ਭਗਵੰਤ ਮਾਨ ਦੀ ਤੇ ਅਸਰ ਆਉਣਾ ਕਿਸੇ ਨਾ ਕਿਸੇ ਰੂਪ ਦੇ ਵਿੱਚ। ਔਰ ਹੁਣ ਉਹਨਾਂ ਨੇ ਇਸ ਰੂਪ ਦੇ ਵਿੱਚ ਲਾਤਾ, ਕੇਜਰੀਵਾਲ ਨਹੀਂ ਉਸ ਰੂਪ ਦੇ ਵਿੱਚ ਨਹੀਂ ਆਉਂਦੇ ਹੁਣ ਸਾਹਮਣੇ ਲਿਆ ਕੇ ਨਾ ਵੀ ਤੁਸੀਂ ਦੇਖਿਆ ਕਦੇ ਸੰਗਰੂਰ ਦੇ ਬਾਰੇ ਕੇਜਰੀਵਾਲ ਦੇ ਬਹੁਤ ਬਿਆਨ ਆਏ ਹੋਣ ਕਦੇ, ਜਿੱਥੇ ਉਹਨੂੰ ਲੱਗਦਾ ਹੁੰਦਾ ਇਹਦੇ ਬਾਰੇ ਵੀ ਕੋਈ ਬਹੁਤ ਜ਼ਿਆਦਾ ਬਿਆਨ ਆਏ ਹੋਣ। ਬਾਕੀ ਤਾਂ ਕੱਲੀ ਗੱਲ, ਇੱਕ ਫੈਸਲਾ ਪੰਜਾਬ ਦੀ ਕੈਬਨਿਟ ਚੋਣ ਆਉਂਦਾ ਜਦੇ ਟਵੀਟ ਆ ਜਾਂਦਾ, ਦੇਖੋ ਜੀ ਹਮਾਰੀ ਸਰਕਾਰ ਜੇ ਕਰੇਗੀ, ਜੇ ਕਰ ਰਹੇ ਹੈ ਬਾਕੀ ਦੇ ਚੀਜ਼ਾਂ। ਜਿਹੜੇ ਡਿਸੀਜਨ ਐਵੇਂ ਲੱਗਦੇ ਹੁੰਦੇ ਨੇ ਕਿ ਲੋਕਾਂ 'ਚ ਰੈਪੂਟੇਸ਼ਨ ਜਾਣਾ ਹੈ, ਤਾਂ ਰਾਘਵ ਚੱਡਾ ਕੇਜਰੀਵਾਲ ਸਭ ਦੇ ਟਵੀਟ ਆਪਣੇ ਆਪ ਆ ਜਾਂਦੇ ਨੇ ਉੱਪਰੋਂ ਥਾਲੀ, ਔਰ ਦੂਜਿਆਂ ਦੇ ਕਿਉਂ ਨਹੀਂ ਆਉਂਦੇ। ਕਿਤੇ ਨਾ ਕਿਤੇ ਤਾਂ ਇਹ ਗੱਲਾਂ ਸੋਚਣ ਵਾਲੀਆਂ ਹੈਗੀਆਂ ਨੇ ਪੰਜਾਬ ਦੇ ਉਸ ਮਾਮਲੇ ਦੇ ਵਿੱਚ। ਔਰ ਅਗਲੀ ਗੱਲ ਇਹ ਹੈ ਕਿ ਭਗਵੰਤ ਮਾਨ ਨੂੰ ਆਏ ਜੇ ਲੀਡਰ ਅਸਰਟ ਜਿਹੜਾ ਕਰਨਾ ਪੈਣਾ ਉਹ ਨਹੀਂ ਹੈ, ਚਾਹੇ ਉਹ ਕੇਂਦਰ ਸਰਕਾਰ ਨਾਲ ਲੜਾਈ ਦਾ ਸਵਾਲ ਹੋਵੇ ਫੈਡਰਲ ਸਟਰਕਚਰ ਦੇ ਵਿੱਚ, ਚਾਹੇ ਉਹ ਬਾਕੀ ਇਹ ਮਾਮਲਿਆਂ ਦੇ ਉੱਤੇ ਸਟੈਂਡ ਲੈਣ ਦੇ ਸਵਾਲ ਹੋਣ। ਜਿਹੜੇ ਆ ਜੋੜ ਤੋੜ ਨੇ ਸਰਕਾਰ ਕਰਕੇ, ਤੈਨੂੰ ਆ ਉਹਦਾ ਦੇ ਦਾਂਗੇ ਤੂੰ ਸਾਡੇ ਨਾਲ ਆ ਜਾ, ਤੈਨੂੰ ਆ, ਇਹ ਤਾਂ ਫਿਰ ਬਾਕੀ ਦੀ ਟ੍ਰੈਡੀਸ਼ਨਲ ਰਵਾਇਤੀ ਜਿਹੜੀ ਤੁਸੀਂ ਕਹਿੰਦੇ ਹੋ ਨਾ ਪਾਰਟੀ ਵਿੱਚ ਡਿਫਰੈਂਸ, ਅਸੀਂ ਤਾਂ ਬਦਲਾਅ ਵਾਲੇ ਆਏ ਆ, ਤਾਂ ਤੁਸੀਂ ਇਹੀ ਕੰਮ ਕਰ ਰਹੇ ਹੋ, ਇਹੀ ਉਹ ਕਰ ਰਹੇ ਸੀ, ਬਖਰੇਵਾ ਕੀ ਕਰ ਰਹੇ ਹੋ ਇਸ ਮਾਮਲੇ ਦੇ ਵਿੱਚ। ਜਿਹੜੇ ਮਰਜ਼ੀ ਬੰਦੇ ਲਿਆ ਕੇ, ਇਦੋਂ ਪਹਿਲਾਂ ਜਿਹੜੇ ਬੰਦੇ ਤੁਹਾਡੇ ਖਿਲਾਫ ਲੜੇ ਤੁਸੀਂ ਇਹੀ ਕਿਹਾ ਕਰਪਟ ਬੰਦੇ ਨੇ, ਇਹਨਾਂ ਨੂੰ ਹਰਾਓ, ਸਾਡਾ ਬੰਦਾ ਹੀਰਾ ਬੰਦਾ ਇਹਨੂੰ ਜਿਤਾਓ, ਤੇ ਉਹੀ ਤੁਸੀਂ ਸ਼ਾਮਲ ਕਰ ਰਹੇ ਹੋ ਫਿਰ ਵਿੱਚ। ਤੇ ਉਹ ਬਦਲ ਕਿਵੇਂ ਗਏ? ਇਹੋ ਜੀ ਸਾਬਣ ਜਾਂ ਇਹੋ ਜੀ ਮਸ਼ੀਨ ਤੁਹਾਡੇ ਕੋਲ ਵੀ ਆ ਗਈ ਜਿਹੋ ਜੀ ਬੀਜੇਪੀ ਕੋਲ ਹੈ, ਜਿਹੋ ਜੀ ਪਹਿਲਾਂ ਕਾਂਗਰਸ ਕੋਲ ਸੀ। ਇਹ ਤਾਂ ਲੋਕ ਪੁੱਛਣਗੇ ਕਿਸੇ ਨਾ ਕਿਸੇ ਰੂਪ ਚ। ਨਹੀਂ ਪੁੱਛਣਗੇ ਤਾਂ ਜ਼ਰੂਰ, ਮੈਂ ਤੁਹਾਡੇ ਨਾਲ ਸਹਿਮਤ ਹਾਂ, ਪਰ ਇਹ ਵੀ ਕਾਫੀ ਸੰਜੀਦਗੀ ਨਾਲ ਸਵਾਲ ਹੁਣ ਇਸ ਵੇਲੇ ਪੁੱਛਿਆ ਜਾ ਰਿਹਾ। ਜਦੋਂ ਸਵੇਰੇ ਪੱਟ ਤੇ ਥਾਪੀ ਮਾਰ ਕੇ ਚਰਨਜੀਤ ਸਿੰਘ ਚੰਨੀ ਨੇ ਭਾਵੁਕਤਾ ਤੋਂ ਬਾਅਦ ਕਿਹਾ ਕਿ ਜੇ ਦਮ ਹੈ ਤਾਂ ਕਰੋ ਮੇਰੇ ਨਾਲ, ਮੇਰੇ ਸਮਾਨਾਂਤਰ ਪ੍ਰੈਸ ਕਾਨਫਰੰਸ, ਔਰ ਜਿਹੜੀ 170 ਕਰੋੜ ਦੀ ਮੇਰੀ ਪ੍ਰਾਪਰਟੀ ਆ ਦੱਸੋ ਲੋਕਾਂ ਨੂੰ। ਸਰਦਾਰ ਹਮੀਰ ਸਿੰਘ ਜੀ, ਆਪਾਂ ਦੁਨੀਆ ਭਰ ਦੇ ਵਿਕਸਿਤ ਸਿਸਟਮ ਦੇਖਦੇ ਆ, ਉਹਨਾਂ ਦੇ ਵਿੱਚ ਪਹਿਲਾਂ ਸਾਰੀ ਇਨਵੈਸਟੀਗੇਸ਼ਨ ਉਹ ਕਰ ਲੈਂਦੇ ਆ, ਪਹਿਲਾਂ ਸਾਰੇ ਤੱਥ ਜੁਟਾ ਲੈਂਦੇ ਆ, ਸਬੂਤ ਇਕੱਠੇ ਕਰ ਲੈਂਦੇ ਆ, ਫਿਰ ਉਹ ਬੰਦੇ ਨੂੰ ਹੱਥ ਪਾਉਂਦੇ ਆ ਤਾਂ ਕਿ ਕੋਈ ਬੰਦਾ ਬਾਹਰ ਨਿਕਲ ਨਾ ਸਕੇ। ਜੇ ਸੱਚਮੁੱਚ ਇਸ ਮੌਕੇ ਦੇ ਉੱਤੇ ਸੱਤਾ ਨੇ ਇਹ ਦਿਖਾਉਣਾ ਸੀਗਾ ਕਿ ਇਹ ਆ ਤੁਹਾਡੇ ਆਗੂ ਵੀ ਇਹ ਕਰਪਟ ਨੇ, ਇਹਨਾਂ ਕਾਰਨਾਂ ਕਰਕੇ ਕਰਪਟ ਨੇ, ਆ ਇਹਨਾਂ ਦੀ, ਚੰਗਾ ਹੁੰਦਾ ਭਾਵੇਂ ਸਿੱਧੇ ਰੂਪ ਚ ਪੇਸ਼ ਨਾ ਕਰਦੇ, ਲੇਕਿਨ ਬੜੇ ਤਰੀਕੇ ਆ ਸਰਕਾਰਾਂ ਕੋਲ, ਜਾਂ ਤੇ ਫਿਰ ਉਹ ਸਾਰੇ ਦਸਤਾਵੇਜ਼ ਜਨਤਕ ਕਰ ਦਿੰਦੇ, ਜਾਂ ਤਾਂ ਕਿਸੇ ਨੂੰ ਵੀ ਸੱਦਣ ਤੋਂ ਪਹਿਲਾਂ ਸਿੱਧਾ ਸਵਾਲਾਂ ਦਾ ਇੱਕ ਲੰਬਾ ਕੱਚਾ ਚਿੱਠਾ ਭੇਜ ਦਿੰਦੇ ਕਿ ਤੁਹਾਡੀ ਆ ਪ੍ਰਾਪਰਟੀ ਆ, ਤੁਹਾਡੀ ਬੇਨਾਮੀ ਆ, ਫਲਾਣੇ ਦੇ ਨਾਮ ਆ, ਅਸੀਂ ਇੱਥੋਂ ਚੈੱਕ ਕਰ ਲਿਆ, ਇਹ ਵਾ, ਉਹ ਸਾਰੀ ਚੀਜ਼ਾਂ ਤੇ ਦਿੰਦੇ, ਪਤਾ ਲੱਗਦਾ ਕਿ ਤੁਸੀਂ ਸੱਚਮੁੱਚ ਕਰਪਸ਼ਨ ਦੇ ਖਿਲਾਫ ਲੜ ਰਹੇ ਹੋ। ਦੂਜਾ ਸਵਾਲ, ਕਿਉਂਕਿ ਮੈਂ ਕੇਜਰੀਵਾਲ ਦੇ ਸੰਬੰਧ ਤੇ ਜ਼ਰੂਰ ਜਾਣਾ ਹੈ, ਲੇਕਿਨ ਉਸ ਤੋਂ ਪਹਿਲਾਂ ਇਹ ਸਵਾਲ ਵੀ ਬਹੁਤ ਅਹਿਮ ਆ ਕਿ ਆਮਦਨ ਤੋਂ ਵੱਧ ਜਾਇਦਾਦ ਦੇ ਮਾਮਲੇ ਅੱਜ ਕੱਲ ਪ੍ਰਮੁਖਤਾ ਨਾਲ ਇਨਵੈਸਟੀਗੇਟ ਹੋਣ ਲੱਗੇ। ਜਿਹੜੀ ਵਿਭਾਗੀ ਕਰਪਸ਼ਨ ਸੀ, ਜਿਹੜੀ ਨੱਕੋ ਨੱਕ ਹੋਇਆ ਪਿਆ ਪੰਜਾਬ, ਉਹ ਰੈਵਨਿਊ ਦੇ ਵਿੱਚ ਹੈ, ਉਹ ਐਕਸਾਈਜ਼ ਦੇ ਵਿੱਚ ਹੈ, ਉਹ ਜਿਹੜੇ ਪਬਲਿਕ ਵਰਕਸ ਦੇ ਵਿੱਚ ਹੈ, ਸੜਕਾਂ ਦੇ ਮਹਿਕਮੇ 'ਚ ਆ, ਮੰਡੀ ਬੋਰਡ ਦੇ ਵਿੱਚ ਹੈ, ਕਿੱਥੇ ਕਿੱਥੇ ਕਰਪਸ਼ਨ ਦੇ ਦੋਸ਼ ਨਹੀਂ ਲੱਗਦੇ ਰਹੇ। ਅਸੀਂ ਕਿਸੇ ਵਿਅਕਤੀ ਵਿਸ਼ੇਸ਼ ਨੂੰ ਜਾਂ ਕਿਸੇ ਮਹਿਕਮੇ ਨੂੰ ਫੋਕਸ ਨਹੀਂ ਕਰ ਰਹੇ ਕਿ ਉੱਥੇ ਕਰਪਸ਼ਨ ਹੈ, ਲੇਕਿਨ ਜਿੱਥੇ ਆਮ ਲੋਕ ਹਰ ਦਿਨ ਇਹ ਚੀਜ਼ਾਂ ਹੰਢਾ ਰਹੇ ਨੇ, ਔਰ ਖਾਸ ਤੌਰ ਤੇ ਸਥਾਨਕ ਸਰਕਾਰਾਂ ਤੋਂ ਲੈ ਕੇ ਪੁਲਿਸ ਤੋਂ ਲੈ ਕੇ ਜਨਰਲ ਪ੍ਰਸ਼ਾਸਨ ਤੋਂ ਲੈ ਕੇ, ਕਿੱਥੇ ਮੈਨੂੰ ਦੱਸੋ ਕਿ ਅਸੀਂ ਮਹਿਕਮਿਆਂ ਦੀ ਕਰਪਸ਼ਨ ਦੇ ਵਿੱਚ ਜਿੱਦਾਂ ਕੈਟੇਗੋਰੀਕਲੀ ਬੰਦੇ ਫੜਨੇ ਸ਼ੁਰੂ ਕੀਤੇ ਸੀ, ਘੁਟਾਲੇ ਫੜਨੇ ਸ਼ੁਰੂ ਕੀਤੇ ਸੀ, ਅੱਜ ਕੱਲ ਉਹ ਚੀਜ਼ਾਂ ਨਿੱਤਰ ਕੇ ਨਹੀਂ ਆ ਰਹੀਆਂ ਕਿ ਅਸੀਂ
ਸੈੱਟ ਟ੍ਰੈਂਡ ਜਿਹੜੇ ਆ ਉਹ ਬਦਲ ਲਏ ਨੇ? ਕੀ ਅਸੀਂ ਪੈਮਾਨੇ ਸੈੱਟ ਕਰ ਲਏ ਨੇ ਜੀ? ਕੀ ਅਸੀਂ PSIEC ਦੇ ਮਾਮਲੇ 'ਚ ਜਦੋਂ ਦੇ ਬਿਊਰੋਕ੍ਰੇਸੀ ਤੇ PCS ਅਫਸਰ ਸਿੱਧੇ ਹੋਇਆ, ਸਰਕਾਰ ਨੇ ਤਰੀਕਾ ਬਦਲ ਲਿਆ ਕਿ ਅਸੀਂ ਚੱਲਣਾ ਵੀ ਆ ਔਰ ਹੁਣ ਅਸੀਂ ਆਪਣੇ ਵਿਰੋਧੀ ਸੈੱਟ ਕਰਨੇ ਆ, ਟਿਕਾਣੇ ਲਾਉਣੇ ਆ, ਤੇ ਇਹਦੇ ਲਈ ਸਭ ਤੋਂ ਬਿਹਤਰ ਤਰੀਕਾ ਇਹੀ ਆ ਕਿ ਆਮਦਨ ਤੋਂ ਵੱਧ ਜਿਹੜੀ ਜਾਇਦਾਦ ਦਾ ਮਾਮਲਾ, ਫਿਰ ਕਿਹੜਾ ਬਿਊਰੋਕ੍ਰੇਸੀ 'ਚ ਅਫਸਰਸ਼ਾਹੀ ਦੇ ਵਿੱਚ ਤੁਸੀਂ ਕਿਸੇ ਨੂੰ ਕਿਉਂ ਨਹੀਂ ਹੱਥ ਪਾਉਂਦੇ? ਤੁਸੀਂ ਫਿਰ ਘੱਟੋ ਘੱਟ ਜਿਹੜੀਆਂ ਪੋਲੀਟੀਕਲ ਰਜੀਮਸ ਨੇ ਪੁਰਾਣੀਆਂ, ਤੁਸੀਂ ਉੱਥੋਂ ਤੱਕ ਕਿਉਂ ਨਹੀਂ ਜਾਂਦੇ? ਵੱਡੇ ਵੱਡੇ ਬੰਦਿਆਂ ਦੇ ਖਿਲਾਫ ਕਿਉਂ ਨਹੀਂ ਜਾਂਦੇ? ਇਹ ਲੋਕ ਸਵਾਲ ਪੁੱਛਣ ਲੱਗੇ। ਇਹ ਸਵਾਲ ਮੇਰਾ ਤੁਹਾਡੇ ਵੱਲ। ਨਹੀਂ, ਬਿਲਕੁਲ। ਜਾਂ ਤਾਂ ਦੇਖੋ, ਇਹਨਾਂ ਗੱਲਾਂ ਦਾ ਤਾਂ ਸਿੱਧਾ ਜਵਾਬ ਇੰਸਟੀਟਿਊਸ਼ਨਲ ਹੁੰਦਾ ਹੈ। ਇਹ ਪਾਰਟੀ ਆਈ ਹੈ ਐਂਟੀ ਕਰਪਸ਼ਨ ਦੇ ਤੌਰ ਤੇ, ਲੋਕਪਾਲ ਦੇ ਤੌਰ ਤੇ। ਇੱਕ ਮਜ਼ਬੂਤ ਲੋਕਪਾਲ ਆਪਣਾ ਬਣਾ ਦਿਓ। ਲੋਕਾਂ ਨੇ ਜਿਨ੍ਹਾਂ ਨੇ ਵੀ ਸ਼ਿਕਾਇਤਾਂ ਕਰਨੀਆਂ, ਚਾਹੇ ਅਫਸਰ ਹੋਵੇ, ਮੁਲਾਜ਼ਮ ਹੋਵੇ, ਪੋਲੀਟੀਸ਼ੀਅਨ ਹੋਵੇ, ਇਹ ਸਾਰੇ ਕੇਸ ਉਹਦੇ ਕੋਲ ਜਾਣ। ਉਹ ਇੱਕ ਇੰਡੀਪੈਂਡੈਂਟ ਇਨਵੈਸਟੀਗੇਟਰ ਕਰਾਉਂਦਾ ਰਹੇ ਤੇ ਜਿੱਥੇ ਜਿੱਥੇ ਜਾ ਕੇ ਲੱਗਦਾ ਤੇ ਉੱਥੇ ਜਾ ਕੇ ਉਹ ਗੱਲ ਮਤਲਬ ਉਹਨਾਂ ਖਿਲਾਫ ਪਰਚਾ ਦਰਜ ਹੋਵੇ ਜਾਂ ਜੋ ਵੀ ਮਰਜ਼ੀ ਹੋਵੇ, ਜੋ ਕਾਰਵਾਈ ਹੈ ਕਾਨੂੰਨ ਮੁਤਾਬਕ ਹੋ ਜੇ। ਔਰ ਤੁਸੀਂ ਹੁਣ ਪਿਕ ਐਂਡ ਚੂਜ਼ ਕਰਕੇ ਹੁਣ ਸਲੋ ਹੋ ਜਾਓ, ਹੁਣ ਤੇਜ਼ ਹੋ ਜਾਓ, ਰਿਮੋਟ ਆਪਣੇ ਕੰਟਰੋਲ 'ਚ ਰੱਖੋਗੇ। ਜਿਹੜਾ ਵੀ ਰੱਖੂਗਾ ਤੇ ਉਹਦਾ ਮਤਲਬ ਨਹੀਂ ਹੁੰਦਾ। ਤੁਸੀਂ ਇੰਸਟੀਟਿਊਸ਼ਨ ਬਿਲਡ ਕਰੋ ਕੋਈ ਇਹੋ ਜਿਹੀ, ਜਿਹੜੀ ਇੰਸਟੀਟਿਊਸ਼ਨ ਉਸ ਲੈਵਲ ਤੇ ਜਾਵੇ। ਸਵਾਲ ਮਤਲਬ ਇੱਕ ਮੋਟਾ ਜਿਹਾ ਸਵਾਲ ਹੈ, ਜਿਹੜੇ ਬੰਦੇ 92 ਚੋਣਾਂ ਲੜ ਕੇ ਇਹਨਾਂ ਦੇ ਜਿੱਤੇ ਨੇ ਜਾਂ ਦੂਜਿਆਂ ਦੇ ਜਿੱਤੇ, ਜਿਹੜਾ ਸਰਕਾਰੀ ਧਿਰ ਦਾ ਬੰਦਾ ਜਿੱਤਦਾ ਉਹ ਕਿਸੇ ਵੀ ਸਰਕਾਰ 'ਚ ਆਇਆ। ਅੱਜ 2 ਕਮਰਿਆਂ ਦਾ ਜਾਂ 1 ਕਮਰੇ ਦਾ ਘਰ ਹੈ ਤਾਂ 2 ਦਾ 3 ਦਾ ਸੀ। ਉਹਦਾ ਸਟੈਂਡਰਡ ਕਿਸ ਲੈਵਲ ਦਾ ਚੱਕਿਆ ਜਾ ਚੁੱਕਿਆ। ਉਦੋਂ ਬਾਅਦ ਜਿਹਦੇ ਮਰਜ਼ੀ ਚਲੇ ਜਾਓ, ਇੱਕ ਐ ਨਹੀਂ ਮੈਂ ਕਹਿੰਦਾ ਵੀ ਇਹਨੂੰ ਹਟ ਜਾਓ, ਉਹਨੂੰ ਨਹੀਂ, ਤਾਂ ਇਮੀਡੀਏਟ ਜਾ ਕੇ ਚਾਹੇ ਇਨਵੈਸਟੀਗੇਟ ਕਰ ਲਓ। ਪੈਸਾ ਕਿੱਥੋਂ ਆ ਰਿਹਾ ਫਿਰ? ਇਹ ਆਫਟਰ ਆਲ ਇੱਕ MLA ਬਣ ਗਿਆ ਜੀ, ਰੁਤਬਾ ਹੈ। MLA ਕਹਿੰਦਾ ਮੈਨੂੰ ਇੱਕ ਦਫ਼ਤਰ ਵੀ ਚਾਹੀਦਾ ਜੀ ਫਲਾਨੀ ਜਗ੍ਹਾ, ਮੇਰੇ ਕੋਲ ਹੋਰ ਬੰਦੇ ਵੱਧ ਆਉਣ ਲੱਗੇ, ਮੈਨੂੰ ਘਰ ਵੀ ਵੱਡਾ ਚਾਹੀਦਾ। ਫਿਰ ਹੁਣ ਮੈਂ ਹੁਣ ਇਹਦੇ 'ਚ ਕਿਵੇਂ ਰਹਾ? ਮੇਰੇ ਕੋਲ ਤਾਂ ਨਹੀਂ ਹੈ। ਉਹਦੀਆਂ ਲੋੜਾਂ ਵੀ ਵੱਧ ਗਈਆਂ ਨਾ, ਉਹ ਸਾਰੀਆਂ। ਉਹ ਲੋੜਾਂ ਵਧਾ ਕੇ ਤੁਸੀਂ ਉਹਨੂੰ ਕਿਵੇਂ ਫਾਈਨਾਂਸ ਕਰਦੇ ਹੋ? ਫਿਰ ਵੀ ਉਹ ਸਾਰੀਆਂ ਲੋੜਾਂ ਪੂਰੀਆਂ ਹੋ ਜਾਣ ਉਹਦੀਆਂ। ਉਹ 70,000 ਤਨਖਾਹ ਨਾਲ ਤਾਂ ਨਹੀਂ ਹੋ ਸਕਦੀਆਂ। ਕਰਕੇ ਦੇਖ ਲਿਓ ਕਦੇ ਵੀ। 5 ਸਾਲ ਬਾਅਦ ਪ੍ਰਾਪਰਟੀ ਦਾ ਅੰਦਾਜ਼ਾ ਲਾ ਕੇ ਦੇਖ ਲਿਓ ਉਹਨਾਂ ਦਾ। ਸਟੈਂਡਰਡ ਲਿਵਿੰਗ ਉਹ ਬਣ ਜਾਊਗਾ, ਉਦੋਂ ਨੀਚੇ ਨਹੀਂ ਆਉਂਦਾ। ਨੀਚੇ ਆ ਕੇ ਤਾਂ ਸੁਸਾਈਡ ਕਰਦਾ ਬੰਦਾ ਵੀ, ਹੁਣ ਇਦੋਂ ਨੀਚੇ ਨਹੀਂ ਜੋਇਆ ਜਾ ਸਕਦਾ। ਫਿਰ ਉਹ ਕਿੱਥੇ ਖੜਾ ਹੋਊਗਾ? ਕਿੱਥੋਂ ਪ੍ਰਾਪਰਟੀ ਕਮਾਊਗਾ? ਜਾਂ ਤਾਂ ਇਹਨਾਂ 5 ਸਾਲਾਂ ਦੇ ਬਾਅਦ ਕੋਈ ਹਿੱਸੇ ਪੱਤੀ ਕਰੂਗਾ ਕਿਸੇ 'ਚੋਂ। ਜੈਨੂਅਨਲੀ ਠੇਕੇ ਤੁਹਾਡੇ ਤੋਂ ਲੈ ਲੈ, ਚਲੋ ਜੀ ਸਿਫਾਰਸ਼ਬਾਜ਼ੀ ਕਰਕੇ ਬਾਕੀ ਚੀਜ਼ਾਂ ਛੱਡੋ ਜੀ, ਉਹ ਰੂਟ ਵੀ ਹੋ ਜਾਂਦਾ। ਜਾਂ ਫਿਰ ਬਾਕੀ ਹੋਣਗੇ। ਐ ਫੜਾਉਣ ਦਾ ਜਿਹੜਾ ਇੱਕ ਸਿੱਧਾ ਜਿਹਾ ਕੰਮ ਹੁੰਦਾ ਨਾ, ਜਿਹੜਾ ਇਹ ਕਾਫੀ ਹੱਦ ਤੱਕ ਹੋਰ ਟਾਈਪ ਦਾ ਜਿਹੜਾ ਇੱਕ ਸਿਸਟਮ ਚਲਾ ਜਾਂਦਾ ਹੈ। ਇਸ ਕਰਕੇ ਇਹਨਾਂ ਤੇ ਕੋਈ ਸੀਰੀਅਸ ਸਟੱਡੀ, ਸੀਰੀਅਸ ਸਿਸਟਮ ਹੋਣਾ ਚਾਹੀਦਾ ਇਨਵੈਸਟੀਗੇਸ਼ਨ ਦਾ ਇਹੋ ਜਿਹੇ ਸਾਰੇ ਮਾਮਲਿਆਂ ਤੇ। ਔਰ ਮੈਨੂੰ ਨਹੀਂ ਲੱਗਦਾ ਕਿ ਮੈਜੋਰਿਟੀ ਬੰਦੇ ਵੱਡੀ ਗਿਣਤੀ ਦੇ ਵਿੱਚ ਸਾਧਨਾ ਤੋਂ ਜ਼ਿਆਦਾ ਜਾਇਦਾਦ 'ਚ ਤਾਂ 90% ਫਸ ਜਾਣਗੇ। ਜਿਹਨੂੰ ਮਰਜ਼ੀ ਲੈ ਲਿਓ, ਚਾਹੇ ਮੁਲਾਜ਼ਮਾਂ ਅਫਸਰਾਂ ਤੋਂ ਲੈ ਕੇ ਜਿਹੜੇ ਮਰਜ਼ੀ ਪੋਲੀਟੀਸ਼ੀਅਨ ਜੀ। ਇਹ ਬੇਗ ਇੱਕ ਗੱਲ ਹੈ, ਇੱਕ ਬੇਗ ਗੱਲ ਹੈ। ਤੁਹਾਨੂੰ ਕੰਕਰੀਟ ਕੇਸ 'ਚ ਫੜੋ, ਬਾਅਦ ਦੇ ਵਿੱਚ ਤੁਹਾਨੂੰ ਇਹ ਲੱਗਦਾ ਕਿ ਹਾਂ ਬਾਕੀ ਚੀਜ਼ਾਂ ਵੀ ਇਹਦੀਆਂ ਨੇ ਕਿ ਬਹੁਤ ਜ਼ਿਆਦਾ ਪ੍ਰਾਪਰਟੀ ਬਣਾ ਲਈ, ਬਾਕੀ ਉਹਨੂੰ ਨਾਲ ਐਡੀਸ਼ਨਲ ਕਰੋਗੇ ਤੇ ਨਾਲ ਲੈ ਲਓਗੇ, ਨਾਲ ਲੈ ਕੇ ਕੰਮ ਚਲਾਓਗੇ। ਪਹਿਲਾਂ ਤਾਂ ਗੱਲ ਉਹਦੇ ਕੋਈ ਇਹੋ ਜਿਹੇ ਫਾਲਟ ਤਾਂ ਫੜੋ ਨਾ। ਸਾਡੀ ਇਨਵੈਸਟੀਗੇਸ਼ਨ ਕੀ ਕਰ ਰਹੀ ਹੈ ਇਹ ਸਮਝ ਨਹੀਂ ਆ ਰਹੀ ਮੈਨੂੰ, ਕਿ ਜੇ ਉਹਨੇ ਇੰਨੇ ਹੀ ਪੈਸੇ ਕਮਾਏ ਨੇ, ਕੋਈ 4 ਚੀਜ਼ਾਂ ਤਾਂ ਦਿਓ ਵੀ ਆਹ ਚੀਜ਼ਾਂ ਨੇ ਇੱਥੋਂ ਲੈਣ ਦੇਣ ਹੋਇਆ, ਇੱਥੇ ਫੜਿਆ ਤੇ ਆਹ ਤੁਹਾਡੇ ਸਾਹਮਣੇ ਹੈ, ਅਦਾਲਤ ਦੇ ਵਿੱਚ ਸਾਬਤ ਕਰਤਾ। ਕਿਉਂ ਛੁੱਟ ਜਾਂਦੇ ਨੇ ਸਾਡੇ ਸਾਰੇ ਬੰਦੇ? ਉਹ ਇਸ ਲਈ ਛੁੱਟ ਜਾਂਦੇ ਨੇ ਕਿਉਂਕਿ ਹੈ ਲੈਣ ਦੇਣ ਨੂੰ ਕਾਗਜ਼ਾਂ 'ਚ ਉਸ ਲੈਵਲ ਦਾ ਕੁਝ ਨਹੀਂ ਹੈ, ਕੱਲਾ ਬਣਾਉਣ ਦੀਆਂ ਚੀਜ਼ਾਂ ਨੇ। ਤੇ ਅਸੀਂ ਇੰਨੇ ਕਰੋੜਾਂ ਦਾ, ਇੰਨੇ ਕਰੋੜਾਂ ਦਾ, ਇੰਨੇ ਕਰੋੜਾਂ ਦਾ ਬਣਾ ਲਿਆ। ਕੋਈ ਕਹਿੰਦਾ ਮੈਨੂੰ ਦਾਨ ਦੇਤਾ, ਮੇਰੇ ਰਿਸ਼ਤੇਦਾਰ ਨੇ ਦੇਤਾ, ਕੋਈ ਕਹਿੰਦਾ ਗਿਫਟ ਹੋ ਗਿਆ, ਕੋਈ ਕਹਿੰਦਾ ਫਲਾਨਾ ਹੋ ਗਿਆ। ਤਮਾਮ ਚੀਜ਼ਾਂ ਕਰਕੇ ਅੱਜ ਕੱਲ੍ਹ CA ਸਭ ਨੂੰ ਦੱਸਦੇ ਨੇ ਤੇ ਉਧਰ ਭੁੱਤ ਜਾਂਦਾ ਕੰਮ। ਇਹਦੇ ਲਈ ਦੇਖਣ ਦਾ ਕੁਐਸਚਨ ਹੈ ਕਿ ਤੁਸੀਂ ਇੰਡੀਪੈਂਡੈਂਟ ਬਣਾਉਂਦੇ ਹੋ, ਫਿਰ ਤਾਂ ਇਹ ਓਨੈਸਟਲੀ ਕਿਹਾ ਜਾਊਗਾ ਕਿ ਆਮ ਆਦਮੀ ਪਾਰਟੀ ਇਕਾਈ ਸੀ, ਲੋਕਪਾਲ ਦੇ ਅੰਦੋਲਨ ਚੋਂ ਨਿਕਲੀ, ਵਾਕਈ ਸੀਰੀਅਸ ਹੈ, ਕਰਪਸ਼ਨ ਖਤਮ ਕਰ ਲਈ। ਆਹ ਲੋਕ ਯੁਕਤ ਪੰਜਾਬ 'ਚ ਬਣਾਤਾ, ਆਹ ਦਿੱਲੀ ਦੇ ਵਿੱਚ ਬਣਾਤਾ। ਸੈਂਟਰ ਦੀ ਡਿਮਾਂਡ ਕਾਇਮ ਹੈ, ਉਹਦੀ ਜਦੋਜਹਿਦ ਕਰ ਰਹੀ ਹੈ ਲੋਕਪਾਲ ਦੇ ਵਾਸਤੇ ਜੀ। ਇਹ ਉਹਦਾ ਤਰੀਕਾ, ਇਦੋਂ ਬਿਨਾਂ ਕੋਈ ਮੇਰਾ ਨਹੀਂ ਖਿਆਲ ਹੋਰ ਕੋਈ ਤਰੀਕੇ ਵਾਲੀ ਜਿਹੜੀ ਗੱਲ ਹੈ। ਜਾਂ ਫਿਰ ਤੁਸੀਂ ਦੂਜੇ ਇਲੈਕਟੋਰਲ ਰਿਫਾਰਮ ਵੱਲ ਚੱਲੋ, ਜਿਹੜੇ ਪਹਿਲਾਂ ਕਹਿੰਦੇ ਸੀ ਅਰਵਿੰਦ ਕੇਜਰੀਵਾਲ ਸਟਾਰਟਿੰਗ 'ਚ, ਜਿਹਦੇ 'ਚੋਂ ਸਵਰਾਜ ਕਿਤਾਬ ਲੋਕਾਂ ਨੂੰ ਪਹਿਲੀ 14 'ਚ ਪੜ੍ਹਨ ਨੂੰ ਲਾਈ ਸੀ। ਰਾਈਟ ਟੂ ਰੀਕਾਲ ਦਾ ਸੱਦਾ ਦੇਵਾਂਗੇ, ਕਾਨੂੰਨ ਅਮੈਂਡ ਕਰ ਰਹੇ ਹਾਂ। ਜਿਹੜਾ ਵੀ ਬੰਦਾ ਕਰਪਟ ਲੱਗਦਾ, ਵੋਟਰਾਂ ਨੂੰ ਰਾਈਟ ਦੇ ਰਿਹਾ ਕਿ 5 ਸਾਲ ਤੋਂ ਪਹਿਲਾਂ ਉਹਨੂੰ ਵਾਪਸ ਬੁਲਾ ਲਓ। ਚੋਣ ਸੰਬੰਧਿਤ ਹਲਕੇ ਦੇ ਵੋਟਰ ਕਰਨਗੇ, ਕੈਂਡੀਡੇਟਾਂ ਦੀ ਤੁਹਾਡੇ ਮੈਂਬਰ ਕਰਨਗੇ, ਉੱਪਰੋਂ ਨਹੀਂ ਆਏਗਾ, ਪਾਰਟੀਆਂ ਬਦਲ ਕੇ ਨਹੀਂ ਆਏਗੀ। ਉਹ ਚੀਜ਼ ਤੁਹਾਡੇ ਸਾਹਮਣੇ ਉਸ ਲੈਵਲ ਤੇ ਆਏਗਾ। ਔਰ ਕਿਸੇ ਵੀ ਬੰਦੇ ਨੂੰ ਖਰਚ ਕਰਨ ਦੀ ਇਜਾਜ਼ਤ ਨਹੀਂ ਹੋਏਗੀ ਇਲੈਕਸ਼ਨ ਦੇ ਵਿੱਚ। ਸਟੇਟ ਫੰਡਿੰਗ ਆਫ ਇਲੈਕਸ਼ਨ ਹੋਏਗੀ। ਬੰਦਾ ਤੋਂ ਖਰਚ ਨਹੀਂ ਕਰਾਵਾਂਗੇ ਤਾਂ ਫਿਰ ਕਰਪਟ ਵੀ ਕਿਉਂ ਹੋਏਗਾ? ਅਸੀਂ ਉਸ ਤਰੀਕੇ ਨਾਲ ਬਣਾਵਾਂਗੇ। ਜਾਓ ਰਾਹ ਤੁਰੋ ਇੰਸਟੀਟਿਊਸ਼ਨ ਦੇ ਜਿਹੜੇ ਵੱਡੇ ਰਾਹ, ਜਿਹੜੇ ਦੂਜੇ ਨੇ, ਜਿਹੜੇ
ਕਾਨੂੰਨਾਂ 'ਚ ਤੇ ਪਾਲਿਸੀਆਂ 'ਚ ਚੇਂਜ ਦੀ ਗੱਲ ਕਰਦੇ ਨੇ ਕਿ ਤੁਸੀਂ ਇਸ ਲੈਵਲ ਦਾ ਲੈ ਕੇ ਆਓਗੇ। ਉਹ ਤੁਸੀਂ ਰਾਹ ਅਪਣਾ ਨਹੀਂ ਰਹੇ ਤੇ ਉਹ ਪੁਰਾਣਾ ਹੀ ਸੌਖਾ ਹੈ, ਲੋਕਪਾਲ ਬਣਾ ਲਓ। ਇਹ ਸੌਖਾ ਰਾਹ ਹੈ ਦੂਜਿਆਂ ਨਾਲੋਂ, ਦੂਜਾ ਕਾਫੀ ਔਖਾ ਹੈ, ਉਹਦੇ 'ਚ ਹੋਰ ਵੀ ਰੋੜੇ ਟਕਾਉਣਗੇ। ਤੇ ਜੇ ਇਹ ਕਰ ਲਓ ਤਾਂ ਤੁਸੀਂ ਵੀ ਉਹਨਾਂ ਐਲੀਗੇਸ਼ਨ ਜਿੱਥੋਂ ਮੇਰੇ ਖਿਆਲ ਹੈ ਬਚ ਸਕਦੇ ਹੋ, ਜਿਹੜੇ ਐਲੀਗੇਸ਼ਨ ਤੁਹਾਡੇ ਤੇ ਬਾਰ-ਬਾਰ ਨੇ ਵੀ ਆਹ ਛੱਡਤਾ, ਆਹ ਫੜ ਲਿਆ, ਆਹ ਗੱਲ ਹੋ ਗਈ, ਕਿਉਂਕਿ ਉਹਦੇ 'ਚ ਤੁਸੀਂ ਵੀ ਸ਼ਾਮਲ ਹੋ। ਕੱਲ ਨੂੰ ਭਗਵੰਤ ਮਾਨ ਜੀ ਦੇ ਖਿਲਾਫ ਵੀ ਕੋਈ ਐਪਲੀਕੇਸ਼ਨ ਦੇ ਸਕਦਾ ਵੀ ਉਹਨਾਂ ਦੇ ਪਰਿਵਾਰ 'ਚ ਵੀ ਖਰਚੇ ਵੱਧ ਗਏ ਨੇ ਜੀ, ਦੇਖੋ ਕਿਵੇਂ ਵੱਧ ਗਏ ਨੇ, ਕਿੱਥੋਂ ਨੇ, ਤਾਂ ਇਨਵੈਸਟੀਗੇਸ਼ਨ ਲੋਕਪਾਲ ਉੱਥੇ ਵੀ ਜਾਏਗਾ ਜੀ। ਉਹ ਕੱਲਾ ਨੌਨ ਸੱਤਾਧਾਰੀ ਧਿਰਾਂ ਦੇ ਨਹੀਂ ਆਏਗਾ, ਫਿਰ ਸੱਤਾਧਾਰੀ ਧਿਰ ਵੱਲ ਵੀ ਉਂਗਲ ਉੱਠ ਸਕਦੀ ਹੈ, ਉੱਥੇ ਤੱਕ ਲੈ ਕੇ ਜਾਓ। ਅਸਲ 'ਚ ਉਹ ਫਿਰ ਜਿਹੜੀ ਮਰਜ਼ੀ ਆਏਗੀ ਕਦੇ ਵੀ, ਉਹ ਸਾਰੇ ਹੀ ਉਹਦੇ ਦਾਇਰੇ 'ਚ ਆ ਜਾਣਗੇ। ਇਸੇ ਕਰਕੇ ਆਪਾਂ ਬਣਾਉਣਾ ਨਹੀਂ, ਤੇ ਜੇ ਬਣਾਇਆ ਵੀ ਤੇ ਬਿਨਾਂ ਦੰਦਾਂ ਵਾਲਾ ਬਣਾਉਣਾ ਹੈ ਕਿ ਉਹ ਆਪਣੇ ਬੁੱਲ ਚਿੱਥਦਾ ਰਵੇ, ਝੱਬਦਾ ਰਵੇ। ਮੈਂ ਇਹਦੇ 'ਚ ਇੱਕ ਚੀਜ਼ ਜੋ ਦੇਖ ਰਿਹਾ, ਮੈਨੂੰ ਲੱਗਦਾ ਕਿ ਸਪੈਸ਼ਲ ਡੀਜੀਪੀ ਵਿਜੀਲੈਂਸ ਵਰਿੰਦਰ ਕੁਮਾਰ ਇੱਕ ਬੇਹੱਦ ਸੁਹਿਰਦ ਇਨਸਾਨ ਨੇ, ਚੰਗੇ ਪ੍ਰੋਫੈਸ਼ਨਲ ਨੇ। ਉਹਨਾਂ ਨੇ ਸ਼ੁਰੂਆਤ ਬੜੀ ਬਿਹਤਰ ਕੀਤੀ ਸੀ, ਬਿਨਾਂ ਕਿਸੇ ਦਾ ਪ੍ਰਭਾਵ ਕਬੂਲੇ, ਬੜੀ ਸਟ੍ਰੇਟ ਫਾਰਵਰਡ ਉਹ ਆਪਣੀ ਸਾਰੀ ਸਰਗਰਮੀ ਕਰ ਰਹੇ ਸੀ। ਬਹੁਤ ਸਾਰੇ ਘਪਲੇ ਘੁਟਾਲੇ ਉਜਾਗਰ ਹੋਏ, ਇੱਕ ਉਮੀਦ ਬਣ ਗਈ ਕਿ ਕਾਫੀ ਕੁਝ ਚੰਗਾ ਹੋਊਗਾ, ਕਰਪਸ਼ਨ ਨੂੰ ਨੱਥ ਪੈ ਜਾਊਗੀ, ਲੋਕ ਡਰਨ ਲੱਗ ਗਏ, ਅਫਸਰ ਡਰਨ ਲੱਗ ਗਏ, ਚੀਜ਼ਾਂ ਥੋੜੀਆਂ ਸਮੂਥ ਹੋਣ ਲੱਗੀਆਂ ਸ਼ੁਰੂ ਦੇ ਵਿੱਚ। ਉਹਨਾਂ ਲਈ ਸਭ ਤੋਂ ਔਖਾ ਹੋਊਗਾ ਇਹਨਾਂ ਸਥਿਤੀਆਂ ਨੂੰ ਐਡਰੈਸ ਕਰਨਾ, ਭਾਵੇਂ ਕਿ ਅਜੇ ਵੀ ਉਹ ਸਾਨੂੰ ਪੂਰੀ ਉਮੀਦ ਹੈ ਕਿ ਸਿਸਟਮ ਬਣਿਆ ਰਹੂਗਾ, ਕੰਮ ਚੱਲਦਾ ਰਹੂਗਾ, ਕਰਪਸ਼ਨ ਦੇ ਖਿਲਾਫ ਮੁਹਿੰਮ ਅੱਗੇ ਵੱਧਦੀ ਰਹੂਗੀ। ਪਰ ਆਮਦਨ ਤੋਂ ਵੱਧ ਜਾਇਦਾਦ ਦੇ ਮਾਮਲੇ ਇੰਨੇ ਕੁ ਲਮਕਾਊ ਔਰ ਇੰਨੇ ਕੁ ਲਟਕਾਊ, ਇੰਨੇ ਕੁ ਖਿੱਚੂ ਹੁੰਦੇ ਆ, ਔਰ ਇਹਦੇ ਵਿੱਚ ਇੰਨੀ ਪੋਲਿਟਿਕਸ ਹੁੰਦੀ ਹੈ ਕਿ ਜਿਹੜੇ ਵਿਜੀਲੈਂਸ ਦੇ ਅਧਿਕਾਰੀ ਆ ਉਹਨਾਂ ਦਾ ਕੰਮ ਵੀ ਮਹਿਜ ਦੋਸ਼ ਪ੍ਰਤੀ ਦੋਸ਼ ਦੇ ਵਿੱਚ ਸਾਰਾ ਦਿਨ ਅਖਬਾਰਾਂ ਵੱਲ ਵੇਖਦੇ ਲੰਘ ਜਾਂਦਾ ਹੈ, ਕੋਈ ਕਿਸੇ ਤੇ ਇਲਜ਼ਾਮ ਲਾਈ ਜਾਂਦਾ ਹੈ। ਖੈਰ ਆਪਾਂ ਇਸ ਗੱਲ ਨੂੰ ਫਿਲਹਾਲ ਛੱਡਦੇ ਹਾਂ ਤੇ ਉਮੀਦ ਕਰਦੇ ਹਾਂ ਕਿ ਇਹਨੂੰ ਪ੍ਰੋਫੈਸ਼ਨਲੀ ਹੈਂਡਲ ਕੀਤਾ ਜਾਊਗਾ। ਸਰਕਾਰ ਵੀ ਇਹਦੇ ਤੇ ਧਿਆਨ ਦਊਗੀ, ਤਵੱਜੋ ਦਊਗੀ, ਤਾਂ ਕਿ ਕਰਪਸ਼ਨ ਦੇ ਖਿਲਾਫ ਮੁਹਿੰਮ ਕਿਤੇ ਲੀਓ ਨਾ ਲੈ ਜੇ। ਮੁੱਖ ਮੰਤਰੀ ਸਾਹਿਬ ਇਸ ਗੱਲ ਵੱਲ ਧਿਆਨ ਦੇਣ। ਔਰ ਮੈਂ ਇਹਦੇ 'ਚ ਆਖਰੀ ਗੱਲ ਜਿਹੜੀ ਤੁਹਾਡੇ ਤੋਂ ਪੁੱਛਣੀ ਆ, ਕੇਜਰੀਵਾਲ ਸਾਹਿਬ ਕਰਪਸ਼ਨ ਦੇ ਖਿਲਾਫ ਆਏ, ਇੰਡੀਆ ਅਗੇਂਸਟ ਕਰਪਸ਼ਨ ਉਹਨਾਂ ਦੀ ਸੰਸਥਾ ਸੀ, ਤੇ ਉਸ ਤੋਂ ਬਾਅਦ ਉਹਨਾਂ ਨੇ ਦਿੱਲੀ ਦੇ ਵਿੱਚ ਸਰਕਾਰ ਨੂੰ ਚਲਾਇਆ ਵੀ ਢੰਗ ਨਾਲ। ਫਿਰ ਦਿੱਲੀ ਦੀ ਉੱਪਰਲੀ ਸੱਤਾ ਨਾਲ ਰੌਲਾ ਪੈ ਗਿਆ, ਐਲਜੀ ਨਾਲ ਲਗਾਤਾਰ ਹੀ ਰੌਲਾ ਹੈ। ਐਕਸਾਈਜ਼ ਪਾਲਿਸੀ ਅੰਡਰ ਸਕੈਨਰ ਆਉਂਦੀ ਹੈ, ਉਹਨੂੰ ਸੀਬੀਆਈ ਨੂੰ ਦਿੰਦੇ ਨੇ, ਐਲਜੀ ਦਿੰਦੇ ਨੇ, ਚੀਫ ਸੈਕਟਰੀ ਦੀ ਰਿਪੋਰਟ ਤੇ ਦਿੰਦੇ ਨੇ। ਔਰ ਹੁਣ ਜਿਹੜੀ ਸਥਿਤੀ ਬਣੀ ਹੈ, ਜਿਹਦੇ ਚ ਲੇਟੈਸਟ ਖਬਰ ਨਿਕਲ ਕੇ ਆ ਰਹੀ ਹੈ ਕਿ ਸਸੋਦੀਆ ਦੇ ਅੰਦਰ ਜਾਣ ਤੋਂ ਬਾਅਦ ਕੇਜਰੀਵਾਲ ਨੂੰ ਸੀਬੀਆਈ ਪੁੱਛਗਿੱਛ ਲਈ ਬੁਲਾ ਸਕਦੀ ਹੈ ਜਾਂ ਬੁਲਾ ਚੁੱਕੀ ਹੈ। ਜਦੋਂ ਤੁਹਾਡੀ ਇਮਾਨਦਾਰੀ ਸਟੇਕ ਤੇ ਹੋਵੇ, ਜਦੋਂ ਤੁਹਾਡੀ ਇਮਾਨਦਾਰੀ ਤੇ ਹਰਫ ਆ ਜੇ, ਉਦੋਂ ਤੁਸੀਂ ਇਸ ਮੁੱਦੇ ਤੇ ਇਲੈਕਸ਼ਨਾਂ ਲੜ ਤੇ ਜਿੱਤਣ ਤੋਂ ਮੇਰੇ ਖਿਆਲ ਸਭ ਤੋਂ ਔਖਾ ਹੁੰਦਾ ਇਹ ਪੀਰੀਅਡ। ਇੱਥੋਂ ਸਾਫ਼ ਦਾਮਨ ਨਿਕਲਣਾ ਕਾਫੀ ਟਫ ਹੈ। ਤੁਹਾਨੂੰ ਯਾਦ ਹੋਣਾ ਵਿਜੇ ਨਾਇਰ ਕਾਫੀ ਦੇਰ ਦੇ ਅੰਦਰ ਨੇ, ਸਤਿੰਦਰ ਜੈਨ ਕੋਈ ਨਿੱਜੀ ਮਾਮਲਿਆਂ 'ਚ ਵੀ ਅੰਦਰ ਨੇ, ਔਰ ਹੁਣ ਜਿਹੜਾ ਮਨੀਸ਼ ਸਿਸੋਦੀਆ ਦਾ ਨਜ਼ਰੀਆ ਹੈ, ਔਰ ਕਿੰਨੇ ਸਾਰੇ ਲੋਕ ਇਹਦੇ 'ਚ ਸ਼ਾਮਲ ਨੇ। ਔਰ ਕਦੇ ਕਦੇ ਇਹ ਹਰਫੇ ਉਂਗਲ ਪੰਜਾਬ ਦੀ ਐਕਸਾਈਜ਼ ਪਾਲਿਸੀ ਵੱਲ ਵੀ ਆਉਂਦੀ ਰਹੀ ਹੈ। ਸੋ ਮੈਂ ਚਾਹੂੰਗਾ ਕਿ ਤੁਸੀਂ ਕੇਜਰੀਵਾਲ ਜੇ ਇਸ ਸੰਕਟ 'ਚ ਘਿਰ ਜਾਂਦੇ ਨੇ ਤਾਂ ਪਾਰਟੀ ਦਾ ਸਲੋਗਨ ਕੁਦਰਤੀ ਤੌਰ ਤੇ ਇਹ ਚਿਹਰਾ ਦਾਗਦਾਰ ਵੀ ਹੋ ਸਕਦਾ ਹੈ। ਕੀ ਕਹਿੰਦੇ ਹੋ? ਨਹੀਂ, ਅਸਰ ਪੈਂਦਾ ਹੀ ਹੈ। ਕੇਵਲ ਇਹ ਕਹਿ ਕੇ ਨਹੀਂ ਕੋਈ ਤੁਸੀਂ ਖਹਿੜਾ ਚਲਾ ਸਕਦੇ ਕਿ ਅਸੀਂ ਇਮਾਨਦਾਰ ਹਾਂ। ਹਰ ਬੰਦਾ ਹੀ ਇਮਾਨਦਾਰ ਹੈ ਜਿੰਨਾ ਚਿਰ ਨਹੀਂ ਫੜਿਆ ਜਾਂਦਾ, ਕਹਿ ਕੇ ਤਾਂ ਉਹੀ ਕਰਦਾ। ਇਹ 'ਚ ਵੀ ਕੋਈ ਦੋ ਰਾਮਾ ਨਹੀਂ ਕਿ ਏਜੰਸੀਆਂ ਦੀ ਦੁਰਵਰਤੋਂ ਹੁੰਦੀ ਹੈ। ਉਹ ਨੈਸ਼ਨਲ ਲੈਵਲ ਤੇ ਵੀ ਹੁੰਦੀ ਹੈ ਤੇ ਉਹ ਲੋਕਲ ਲੈਵਲ ਤੇ ਵੀ ਹੁੰਦੀ ਹੈ ਬੜੀ ਵਾਰ। ਮਤਲਬ ਕੋਈ ਐ ਨਹੀਂ ਹੈ ਕਿ ਨਹੀਂ ਹੁੰਦੀ, ਕਿਉਂਕਿ ਜਦੋਂ ਪਾਵਰ 'ਚ ਪੋਲੀਟੀਸ਼ੀਅਨ ਹੁੰਦਾ ਉਦੋਂ ਟਰਮ 'ਚ ਡਿਕਟੇਟ ਕਰਦਾ ਕਿ ਜੀ ਫਲਾਨਾ ਤਾਂ ਇਹ ਕਰਨਾ ਹੀ ਪਊਗਾ, ਨਹੀਂ ਤਾਂ ਅਫਸਰ ਬਦਲ ਦਾਂਗੇ, ਫਲਾਨਾ ਕਰ ਦਾਂਗੇ, ਜੇ ਕਰ ਦਾਂਗੇ, ਉਹ ਕਰ ਦਾਂਗੇ। ਇਹ ਗੱਲ ਠੀਕ ਹੈ, ਪਰ ਇਹਦਾ ਮਤਲਬ ਇਹ ਵੀ ਨਹੀਂ ਹੈ ਕਿ ਤੁਸੀਂ ਇਹ ਕਹਿੰਦੇ ਰਹੋ ਵੀ ਕੱਲਾ ਇਹੀ ਕਾਰਨ ਹੈ ਜੀ। ਬਿਲਕੁਲ ਇਹ ਕੁਝ ਵੀ ਨਹੀਂ ਹੈ। ਸਾਰੀਆਂ ਚੀਜ਼ਾਂ 'ਚ ਵੈਸੇ ਹੀ ਫੜੇ ਹੋਏ ਨੇ ਬੰਦੇ, ਵੈਸੇ ਹੀ ਫੜੇ ਹੋਏ ਨੇ। ਉਹਦੇ ਲਈ ਫਿਰ ਤੁਹਾਨੂੰ ਕੁਝ ਸਾਬਤ ਕਰਨਾ ਪਏਗਾ। ਔਰ ਉਹੀ ਲੋਕਪਾਲ ਵਗੈਰਾ ਦਿੱਲੀ 'ਚ ਬਣਾ ਦਿੰਦੇ, ਉਹੀ ਬਾਕੀ ਦੀ ਡਿਮਾਂਡ ਜਾਰੀ ਰੱਖਦੇ, ਉਹ ਫਿਰ ਤੱਕ ਮੰਨਿਆ ਜਾਂਦਾ ਵੀ ਚਲੋ ਇਹ ਕੋਈ ਗੱਲ ਹੋ ਰਹੀ ਹੈ, ਉੱਥੇ ਜਾਓ ਜੀ, ਜਿਹਨੇ ਜਾਣਾ ਉੱਥੇ ਐਪਲੀਕੇਸ਼ਨ ਦਿਓ, ਇਨਵੈਸਟੀਗੇਸ਼ਨ ਹੋ ਜਾਏਗੀ, ਇੰਡੀਪੈਂਡੈਂਟ ਹੋ ਜਾਏਗੀ, ਬਾਕੀ ਪਤਾ ਲੱਗ ਜਾਊਗਾ। ਹੁਣ ਜਿਹੜਾ ਕੇਜਰੀਵਾਲ ਉਹਨਾਂ ਨੂੰ ਬਣਾਉਣਾ, ਉਹ ਕਹਿਣਗੇ ਵੀ ਕੇਜਰੀਵਾਲ ਕਹਿਣਗੇ ਮੇਰੇ ਕੋਲ ਤਾਂ ਕੋਈ ਡਿਪਾਰਟਮੈਂਟ ਹੀ ਨਹੀਂ। ਸੁਭਾਵਿਕ ਹੈ, 16 ਤਰੀਕ ਨੂੰ ਬਣਾਇਆ, 16 ਅਪ੍ਰੈਲ ਨੂੰ, ਤੇ ਉਹਦੇ 'ਚ ਐ ਕਹਿ ਕੇ ਕੰਮ ਨਹੀਂ ਚੱਲਣਾ। ਚੀਫ ਮਿਨਿਸਟਰ ਹੀ ਹੈ, ਉਹਦੇ ਨਾਂ ਤੇ ਹੀ ਹੁੰਦਾ ਤੇ ਉਹਦੇ ਹੀ ਮੁਤਾਬਕ ਹੁੰਦਾ। ਉਹ ਤਾਂ ਤੁਸੀਂ ਮਤਲਬ ਇੱਕ ਕੀਤਾ ਹੋਇਆ, ਆਪਣੀ ਇੱਕ ਰਣਨੀਤੀ ਬਣਾਈ ਹੋਈ ਹੈ ਕਿ ਮੈਂ ਚੀਫ ਮਿਨਿਸਟਰ ਨਹੀਂ ਕਿਸੇ ਨੂੰ ਉੱਥੇ ਦਾ ਬਣਾਉਣਾ। ਮੈਂ ਉਹਨਾਂ ਚਿਰ ਹੈਗਾ ਪ੍ਰੋਟੋਕੋਲ ਦੇ ਤੌਰ ਤੇ, ਇੱਕ ਮੇਰੇ ਕੋਲ ਰੁਤਬਾ ਵੀ ਹੈ
ਤੇ ਮੈਂ ਪੂਰਾ ਦੇਸ਼ ਘੁੰਮ ਕੇ ਨਾ ਬਾਕੀ ਨੈਸ਼ਨਲ ਪਾਰਟੀ ਬਣਾਉਣੀ ਹੈ ਤੇ ਟਾਰਗੇਟ ਜਿਹੜਾ ਅੱਗੇ ਪ੍ਰਾਈਮ ਮਿਨਿਸਟਰ ਬਣਨ ਨੂੰ ਜਾਣ ਦਾ ਕੋਈ ਨਾ ਕੋਈ ਬਣਾਉਣਾ ਕਿਸੇ ਨਾ ਕਿਸੇ ਰੂਪ ਦੇ ਵਿੱਚ। ਉਹ ਤੁਹਾਡੀ ਹੋ ਸਕਦੀ ਹੈ, ਹਰ ਇੱਕ ਦੀ ਖਾਸ ਕੋਈ ਮਾੜੀ ਖਾਸ ਵੀ ਨਹੀਂ ਹੈ, ਹਰ ਇੱਕ ਕਰੇ ਉਹ ਅਲੱਗ ਗੱਲ ਹੈ। ਪਰ ਬੀਇੰਗ ਏ ਹੈਡ ਆਫ ਦੀ ਗਵਰਨਮੈਂਟ, ਤੁਹਾਡਾ ਕੋਈ ਮੰਤਰੀ ਕੁਝ ਵੀ ਕਰਦਾ, ਤੁਹਾਡਾ ਬਾਕੀ ਕੁਛ ਵੀ ਹੁੰਦਾ, ਉਹ ਤੁਸੀਂ ਜ਼ਿੰਮੇਵਾਰ ਤਾਂ ਹੈਗੇ ਹੀ ਹੋ। ਉਹਨੂੰ ਤੁਹਾਨੂੰ ਡਾਇਰੈਕਟਲੀ ਇਹ ਨਹੀਂ ਕਿਹਾ ਜਾ ਸਕਦਾ ਕਿ ਤੁਸੀਂ ਪੱਲਾ ਝਾੜ ਲਓ ਕਿਸੇ ਵੀ ਗੱਲ ਤੋਂ। ਹੁਣ ਇਹਦੇ ਚੋਂ ਕੁਝ ਨਿਕਲਦਾ ਨਹੀਂ ਨਿਕਲਦਾ, ਐਕਸਾਈਜ਼ ਪਾਲਿਸੀ ਚ ਕਿੰਨਾ ਕੁ ਸਬਸਟਾਂਸ ਹੈ, ਅਦਾਲਤ ਤੱਕ ਜਾਂਦੇ ਜਾਂਦੇ ਕੋਈ ਵਾਕਈ ਗੱਲ ਇਹੋ ਜਿਹੀ ਸਾਬਤ ਹੋ ਜਾਂਦੀ ਹੈ। ਔਰ ਜੇ ਅਦਾਲਤ ਤੱਕ ਵੀ ਜਾਂਦੇ ਜਾਂਦੇ ਸਾਬਤ ਹੋ ਜਾਂਦੀ ਹੈ, ਫਿਰ ਤਾਂ ਬਿਲਕੁਲ ਹੀ ਕਿਰਕਰੀ ਹੁੰਦੀ ਹੈ। ਮਤਲਬ ਅਗਲਾ ਕਹੂਗਾ ਵੀ ਦੇਖੋ ਜੀ ਇਹ ਗੱਲ। ਹਾਂ, ਜੇ ਇੱਕ ਜ਼ਰੂਰ ਹੁੰਦਾ ਹੈ, ਜੇ ਅਦਾਲਤ ਚ ਜਾਂਦੇ ਜਾਂਦੇ ਸੁੱਟ ਸੱਟ ਜਾਂਦੇ ਨੇ, ਪਰ ਅਦਾਲਤੀ ਪ੍ਰਕਿਰਿਆ ਇੰਨੀ ਲੰਮੀ ਹੈ, ਉਹ 2 ਸਾਲ ਚੱਲੂਗੀ, 3 ਸਾਲ ਚੱਲੂਗੀ, 5 ਸਾਲ ਚੱਲੂਗੀ, 10 ਸਾਲ ਚੱਲੂਗੀ, ਕੋਈ ਪਤਾ ਨਹੀਂ। ਔਰ ਇਹ ਵੀ ਇੱਕ ਲੱਗਦਾ ਵੀ ਉਲਝਾਈ ਰੱਖੋ, ਮਤਲਬ 16 ਅਪ੍ਰੈਲ ਨੂੰ ਬੁਲਾ ਲੈਣਗੇ, ਫਿਰ ਅਗਲੀ ਡੇਟ ਫਿਰ ਕੋਈ ਦੇ ਦੇਣਗੇ, ਫਿਰ ਹੋਰ ਉਹ ਇੱਕ ਵਰਤਾਂਤ ਵੀ ਬਦਲ ਜਾਂਦਾ ਨਾ, ਕਿ ਉਹ ਬੰਦਾ ਕੋਈ ਹੋਰ ਗੱਲ ਤੇ ਲੁਝਿਆ ਹੁੰਦਾ ਤੇ ਕਿਤੇ ਹੋਰ ਕੰਪੇਨ ਕਰੇ ਜਾਂ ਕਿਤੇ ਹੋਰ ਕਰੇ। ਇਹ ਸਾਰੀਆਂ ਚੀਜ਼ਾਂ ਦਾ ਵੀ ਤਾਂ ਇੱਕ ਅਸਰ ਹੁੰਦਾ ਜਿਹੜੀਆਂ ਡੇਟਾਂ ਦਾ ਜ਼ਿਕਰ ਕਰਨਾ। ਔਰ ਨਾਰਮਲੀ ਵਿਜੀਲੈਂਸ ਬੁਲਾਵੇ ਜਾਂ CBI ਬੁਲਾਵੇ, ਉਹ 8-8 10 ਹਰੇਕ ਦਾ ਸੁਣਦੇ ਆ ਜੀ, 50 ਸਵਾਲ ਨੇ ਜਿਹੜੇ ਹਰੇਕ ਨੂੰ ਪਹਿਲਾਂ ਪੁੱਛਣੇ, ਲਿਖਣੇ, ਫਲਾਣੇ। ਔਰ ਉਹ ਪ੍ਰੋਸੈਸ ਜਾਂ ਹਰੇਕ ਨਾਲ ਹੀ 8-10 ਘੰਟੇ ਲੱਗ ਜਾਂਦੇ ਨੇ ਜਦੋਂ ਵੀ ਕਿਸੇ ਨੂੰ ਬੁਲਾਉਂਦੇ ਨੇ। 6-7 ਘੰਟੇ ਚੰਨੀ ਜਦੋਂ ਸਵੇਰ ਦੇ ਫਿਰਦੇ ਨੇ। ਇੱਕ ਹਰਾਸਮੈਂਟ ਤਾਂ ਹੁੰਦੀ ਉਹ ਹੈ, ਮੈਂਟਲੀ ਹਰਾਸਮੈਂਟ ਵੀ ਹੁੰਦੀ ਹੈ, ਔਰ ਬਾਕੀ ਦੇ ਜਿਹੜੇ ਕੰਮ ਤੁਸੀਂ ਉਲੀਕੇ ਹੁੰਦੇ ਨੇ ਉਹ ਵੀ ਡੈਫਰ ਹੁੰਦੇ ਨੇ, ਉਹਨਾਂ ਤੇ ਤੁਸੀਂ ਕੰਮ ਕਰ ਸਕਦੇ। ਇਹ ਚੀਜ਼ਾਂ ਚੱਲਦੀਆਂ ਨੇ। ਔਰ ਜਿਹੜੇ ਵੀ ਮਰਜ਼ੀ ਤਰੀਕੇ ਨਾਲ ਇਹ ਕੰਮ ਹੋਣ, ਚਾਹੇ ਪਾਰਟੀਬਾਜ਼ੀ ਚ ਮਤਲਬ ਵੈਸੇ ਤਾਂ ਨਾ BJP ਨੂੰ ਕੋਈ ਕਰਪਸ਼ਨ ਨਾਲ ਬਾਹਲਾ ਲੱਗਾ ਦੇਗਾ, ਕਿੰਨੇ ਕਰਪਟ ਬੰਦੇ ਤੁਸੀਂ ਆਪਣੇ ਸ਼ਾਮਲ ਕਰ ਰਹੇ ਹੋ, ਨਾ ਆਮ ਆਦਮੀ ਪਾਰਟੀ ਨੂੰ ਕਿੰਨੇ ਕਰਪਟ ਤੁਸੀਂ ਵੀ ਸ਼ਾਮਲ ਕਰ ਰਹੇ ਹੋ, ਨਾ ਕਾਂਗਰਸ ਨੂੰ, ਨਾ ਅਕਾਲੀ। ਇਹ ਹੁਣ ਏਜੰਡਾ ਕੋਈ ਐਡਾ ਵੱਡਾ ਸੀਰੀਅਸ ਏਜੰਡਾ ਨਹੀਂ, ਪਰ ਕਿਉਂਕਿ ਲੋਕ ਸਰੋਕਾਰਾਂ ਦੇ ਏਜੰਡਾ ਵੀ ਤੁਹਾਡੇ ਕੋਲ ਨਹੀਂ ਹੈ, ਕਿਉਂਕਿ ਕੋਈ ਅਲਟਰਨੇਟਿਵ ਏਜੰਡਾ ਵੀ ਤੁਹਾਡੇ ਕੋਲ ਨਹੀਂ ਹੈ। ਲੋਕਾਂ ਦੀਆਂ ਸੁਵਿਧਾਵਾਂ ਕਿਵੇਂ ਦਿਓਗੇ, ਫਾਈਨਾਂਸ਼ੀਅਲ ਕ੍ਰਾਈਸਿਸ ਚੋਂ ਕਿਵੇਂ ਨਿਕਲੋਗੇ, ਰੁਜ਼ਗਾਰ ਕਿਵੇਂ ਪੈਦਾ ਕਰੋਗੇ, ਆ ਸਾਰੇ ਜਿਹੜਾ ਕਿਸਾਨੀ ਮਰ ਰਹੀ ਹੈ, ਖੁਦਕਸ਼ੀਆਂ ਕਰ ਰਹੀ ਹੈ, ਉਹਦਾ ਕੀ ਕਰੋਗੇ। ਇਹ ਸਾਰੀਆਂ ਤੇ ਤਕਾਇਣ ਨੂੰ ਕੁਝ ਨਾ ਜਦੋਂ ਹੋਵੇ, ਤਾਂ ਫਿਰ ਇਹ ਲੜਾਈ ਜਿਹੜੀ ਹੈ ਕਦੇ ਕਦੇ ਐ ਲੱਗਦਾ ਹੁੰਦਾ ਕਿ ਅਨਲਿਖਤ ਜੀ ਹੋਏਗੀ, ਇੱਕ ਦੂਜੇ ਨੂੰ ਮਤਲਬ ਦੁੱਖ ਤਾਂ ਦਿੰਦੀ ਆ ਮਾੜਾ ਮੋਟਾ, ਪਰ ਇਹ ਮਿਲੀ ਜੁਲੀ ਗੇਮ ਵੀ ਨਜ਼ਰ ਆ ਜਾਂਦੀ ਹੈ ਬਹੁਤ। ਵੀ ਜੇ ਸੇਮ ਹੀ ਮੈਥਡ ਸਾਰੇ ਵਰਤਦੇ ਨੇ, ਤਾਂ ਕਿਤੇ ਨਾ ਕਿਤੇ ਇੱਕ ਲక్ష్మణ ਰੇਖਾ ਤਾਂ ਲੋਕਾਂ ਤੋਂ ਬਾਹਰ ਹੈ ਨਾ, ਕਿ ਅੰਦਰ ਅੰਦਰ ਆਪਾਂ ਹੀ ਲੜਾਂਗੇ ਉਹ ਰਿੰਗ ਦੇ ਵਿੱਚ। ਉਹ ਜਿਹਨੂੰ ਨੂਰਾ ਕੁਸ਼ਤੀ ਕਹਿੰਦੇ ਨੇ ਨਾ, ਕਿ ਅੰਦਰ ਅੰਦਰ ਆਪਾਂ ਹੀ ਲੜਾਂਗੇ, ਦਿਖਾਵਾਂਗੇ ਬਹੁਤ ਸੱਟਾਂ ਲੱਗਦੀਆਂ ਹੁੰਦੀਆਂ ਨੇ, ਓਡੀ ਸੱਟ ਨਹੀਂ ਲੱਗਦੀ। ਬਾਹਰ ਵਾਲੇ ਬੰਦੇ ਕੇਵਲ ਤਾੜੀ ਵਜਾਉਣ, ਉਹ ਪਲੇਅਰ ਨਹੀਂ ਬਣ ਸਕਦੇ। ਗੱਲ ਤੁਹਾਡੀ ਠੀਕ ਹੈ। ਇਹ ਪ੍ਰੋਗਰਾਮ ਨੂੰ ਖਤਮ ਹੁੰਦੇ ਹੁੰਦੇ ਇਹਦੀ ਪੁਸ਼ਟੀ ਹੋ ਚੁੱਕੀ ਹੈ। ਸੰਜੇ ਸਿੰਘ ਜਿਹੜੇ ਆਮ ਆਦਮੀ ਪਾਰਟੀ ਦੇ ਮੈਂਬਰ ਪਾਰਲੀਮੈਂਟ ਹੈ, ਉਹਨਾਂ ਨੇ ਸੂਚਨਾ ਦਿੱਤੀ ਹੈ ਕਿ CBI ਨੇ ਸਮਨ ਭੇਜਤੇ ਆ ਕੇਜਰੀਵਾਲ ਸਾਹਿਬ ਨੂੰ 16 ਨੂੰ ਸੱਦਣ ਵਾਲੀ ਗੱਲ। ਜਿਹੜੀ ਗੱਲ ਤੁਸੀਂ ਕਹਿ ਰਹੇ ਸੀਗੇ ਨਾ ਕਿ ਇਹ ਇਹਨਾਂ ਨੂੰ ਬਹੁਤਾ ਫਰਕ ਨਹੀਂ ਪੈਂਦਾ, ਹੁਣ ਕਰਪਸ਼ਨ ਦੇ ਚਾਰਜਸ ਕੋਈ ਜ਼ਿਆਦਾ ਸੰਜੀਦਾ ਨਹੀਂ ਹੁੰਦੇ ਪਾਰਟੀਆਂ ਲਈ। ਸਾਡੇ ਇੱਥੇ ਮਾਝੇ ਦਾ ਇੱਕ ਮੰਤਰੀ ਕਹਿੰਦਾ ਹੁੰਦਾ ਸੀ, ਉਹਨੂੰ ਕਿਸੇ ਨੇ ਪੁੱਛ ਲਿਆ ਵੀ ਤੁਸੀਂ ਬੜੀਆਂ ਬੱਸਾਂ ਪਾਈਆਂ ਜੀ, ਉਹ ਕਹਿੰਦਾ ਹੋਰ ਫਿਰ ਮੰਤਰੀ ਹੁੰਦਿਆਂ ਮੈਂ ਟਾਂਗੇ ਪਾਵਾਂ। ਗੱਲ ਠੀਕ ਹੈ ਕਿ ਪੈਸੇ ਪੂਸੇ ਬਣਾਉਣੇ ਜਨਮ ਸਿੱਧ ਹਥਿਆਰ ਬਣ ਗਿਆ ਪੋਲੀਟੀਸ਼ੀਅਨਸ ਦਾ, ਕਿਉਂਕਿ ਮਹਿੰਗੀ ਇਲੈਕਸ਼ਨ ਨੂੰ ਸਰ ਕਰਨ ਲਈ, ਦੁਬਾਰਾ ਲੜਨ ਲਈ ਇਹ ਲੰਬਾ ਚੌੜਾ ਚੱਕਰ ਹੈ। ਸੋ ਬਹੁਤ ਮਿਹਰਬਾਨੀ, ਬਹੁਤ ਧੰਨਵਾਦ। ਸ਼ੁਕਰੀਆ ਜੀ।